Good morning, students. My name Dheeraj Sharma, science teacher, Government Senior Secondary School, Panoki, Kapurthala. Students, ਅਸੀਂ ਕਲਾਸ 10th ਦਾ ਪਹਿਲਾ ਚੈਪਟਰ ਸਾਇੰਸ ਵਿਸ਼ੇ ਨਾਲ ਸੰਬੰਧਿਤ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ ਪੜ੍ਹਦੇ ਪਏ ਸੀ। ਉਸ ਦਾ ਅਸੀਂ ਪਹਿਲਾ ਪਾਰਟ ਬੱਚਿਓ ਪੜ੍ਹ ਚੁੱਕੇ ਹਾਂ। ਅੱਜ ਅਸੀਂ ਪਾਰਟ ਦੂਸਰਾ ਪੜ੍ਹਨਾ ਹੈਗਾ ਆ। ਅਸੀਂ ਬੱਚਿਓ ਕੱਲ ਪਾਰਟ ਦੇ ਵਿੱਚ ਕੈਮੀਕਲ ਚੇਂਜਸ ਦੇ ਬਾਰੇ ਗੱਲ ਕੀਤੀ ਸੀ, ਜਿਵੇਂ ਕਿ ਮਿਲਕ ਚੇਂਜ ਹੁੰਦਾ ਪਿਆ, ਕਰਡ ਡਾਈਜੈਸ਼ਨ ਆਫ ਫੂਡ ਇਜ਼ ਆਲਸੋ ਅ ਕੈਮੀਕਲ ਚੇਂਜ, ਫੋਟੋਸਿੰਥੇਸਿਸ ਇਨ ਪਲਾਂਟਸ ਇਜ਼ ਆਲਸੋ ਅ ਕੈਮੀਕਲ ਚੇਂਜ। ਇਹ ਕੁਝ ਆਪਾਂ ਕੈਮੀਕਲ ਚੇਂਜ ਕਰਨ ਤੋਂ ਬਾਅਦ ਫਿਰ ਕੈਮੀਕਲ ਰਿਐਕਸ਼ਨਸ ਦੇਖੀਆਂ ਸੀਗੀਆਂ। ਕੈਮੀਕਲ ਰਿਐਕਸ਼ਨ ਦੇ ਵਿੱਚ ਕੈਮੀਕਲ ਫਾਰਮੂਲੇ ਕਿੱਦਾਂ ਬਣਾਏ ਜਾਂਦੇ ਆ ਉਹ ਦੇਖੇ ਸੀਗੇ। ਫਿਰ ਇਸ ਤੋਂ ਇਲਾਵਾ ਅਸੀਂ ਕੈਮੀਕਲ ਇਕੁਏਸ਼ਨਸ ਬਣਾਉਣ ਤੋਂ ਬਾਅਦ ਕੈਮੀਕਲ ਇਕੁਏਸ਼ਨ ਨੂੰ ਬੈਲੈਂਸ ਕਿੱਦਾਂ ਕਰਨਾ ਆ ਕਿ ਫਾਰਮੂਲੇਜ਼ ਨੂੰ ਆਪਾਂ ਨਹੀਂ ਛੇੜਨਾ ਹੈਗਾ ਬੱਚਿਓ। ਉਹਨਾਂ ਦੇ ਅੱਗੇ ਆਪਾਂ ਸਿਰਫ ਨੂਮੈਰੀਕਲ ਡਿਜਿਟ ਜਿਹੜਾ ਉਹ ਲਗਾ ਕੇ ਹਿੱਟ ਐਂਡ ਟ੍ਰਾਇਲ ਮੈਥਡ ਦੇ ਨਾਲ ਬੈਲੈਂਸ ਕਰ ਸਕਦੇ ਸੀ। ਅੱਜ ਬੱਚਿਓ ਅਸੀਂ ਡਿਫਰੈਂਟ ਟਾਈਪਸ ਆਫ ਰਿਐਕਸ਼ਨਸ, ਮਤਲਬ ਅਲੱਗ-ਅਲੱਗ ਪ੍ਰਕਾਰ ਦੀਆਂ ਜਿਹੜੀਆਂ ਰਸਾਇਣਿਕ ਕਿਰਿਆਵਾਂ ਆ ਉਹਦੇ ਬਾਰੇ ਬੱਚਿਓ ਹੁਣ ਅਸੀਂ ਪੜ੍ਹਨਾ ਹੈਗਾ। ਦ ਟਾਈਪਸ ਆਫ ਕੈਮੀਕਲ ਰਿਐਕਸ਼ਨਸ, ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ। ਤਾਂ ਬੱਚਿਓ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਰਸਾਇਣਿਕ ਕਿਰਿਆ ਅਸੀਂ ਪੜ੍ਹਾਂਗੇ ਉਹ ਹੋਗੀ ਕੰਬੀਨੇਸ਼ਨ ਰਿਐਕਸ਼ਨ, ਦੈਨ ਡੀਕੰਪੋਜੀਸ਼ਨ ਰਿਐਕਸ਼ਨ। ਪੰਜਾਬੀ ਚ ਕੰਬੀਨੇਸ਼ਨ ਆਪਾਂ ਬੋਲਦੇ ਸੰਯੋਜਨ ਕਿਰਿਆ, ਕੰਬਾਈਨ ਹੋਣਾ, ਜੁੜਨਾ। ਡੀਕੰਪੋਜੀਸ਼ਨ ਰਿਐਕਸ਼ਨ ਅਪਘਟਨ ਕਿਰਿਆ, ਮਤਲਬ ਟੁੱਟਣਾ। ਨੰਬਰ ਤੀਸਰੇ ਤੇ ਐਕਸੋਥਰਮਿਕ ਜਾਂ ਐਂਡੋਥਰਮਿਕ। ਐਕਸੋ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਐਕਸੋ ਮਤਲਬ ਤਾਪ ਨਿਕਾਸੀ ਕਿਰਿਆ, ਐਗਜ਼ਿਟ। ਐਂਡੋ ਮਤਲਬ ਐਂਟਰ, ਤਾਪ ਸੋਖੀ ਕਿਰਿਆ, ਮਤਲਬ ਐਨਰਜੀ ਨੂੰ ਐਬਜ਼ੌਰਬ ਕਰਨ ਵਾਲੀ ਕਿਰਿਆ। ਦੈਨ ਡਿਸਪਲੇਸਮੈਂਟ ਰਿਐਕਸ਼ਨ, ਜਿਹਨੂੰ ਆਪਾਂ ਵਿਸਥਾਪਨ ਕਿਰਿਆ ਵੀ ਬੋਲਦੇ ਹਾਂ। ਪੰਜਵਾਂ ਡਬਲ ਡਿਸਪਲੇਸਮੈਂਟ ਰਿਐਕਸ਼ਨ ਜਾਂ ਦੋਹਰਾ ਵਿਸਥਾਪਨ ਕਿਰਿਆ। ਛੇਵੀਂ ਆਕਸੀਡੇਸ਼ਨ ਐਂਡ ਰਿਡਕਸ਼ਨ, ਆਕਸੀਡੇਸ਼ਨ ਆਕਸੀਕਰਨ, ਰਿਡਕਸ਼ਨ ਪੰਜਾਬੀ ਚ ਲਘੂਕਰਨ, ਜਿਸ ਨੂੰ ਅਸੀਂ ਕੰਬਾਈਨ ਰਿਡੌਕਸ ਰਿਐਕਸ਼ਨ ਵੀ ਬੋਲਦੇ ਹੈਗੇ। ਤਾਂ ਬੱਚਿਓ 6 ਰਿਐਕਸ਼ਨਸ ਆਪਾਂ ਅੱਜ ਪੜ੍ਹਨੀਆਂ ਹੈਗੀਆਂ, ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲੀ ਰਿਐਕਸ਼ਨ ਜਿਹੜੀ ਅਸੀਂ ਦੇਖਣੀ ਹੈ ਬੱਚਿਓ ਹੈਗੀ ਕੰਬੀਨੇਸ਼ਨ ਰਿਐਕਸ਼ਨ। ਤਾਂ ਇੱਥੇ ਤੁਸੀਂ ਦੇਖ ਸਕਦੇ ਆ ਕੰਬੀਨੇਸ਼ਨ ਰਿਐਕਸ਼ਨ ਉਹ ਰਿਐਕਸ਼ਨ ਆ ਬੱਚਿਓ ਜਦੋਂ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਮਤਲਬ ਰਿਐਕਟੈਂਟਸ ਕਿਰਿਆ ਕਰਕੇ ਜਾਂ ਜੁੜ ਕੇ ਇੱਕ ਉਤਪਾਦ ਬਣਾਉਣ, ਉਸ ਕਿਰਿਆ ਨੂੰ ਅਸੀਂ ਸੰਯੋਜਨ ਕਿਰਿਆ ਜਾਂ ਕੰਬੀਨੇਸ਼ਨ ਰਿਐਕਸ਼ਨ ਬੋਲਦੇ ਹੈਗੇ। ਮਤਲਬ ਅਭਿਕਾਰਕ ਦੋ ਜਾਂ ਦੋ ਤੋਂ ਵੱਧ ਹੋ ਸਕਦੇ ਆ, ਲੇਕਿਨ ਜਿਹੜਾ ਪ੍ਰੋਡਕਟ ਬਣੂਗਾ, ਜਿਹੜਾ ਉਤਪਾਦ ਬਣੂਗਾ ਉਹ ਸਿਰਫ ਇੱਕ ਹੀ ਬਣਨਾ ਚਾਹੀਦਾ। ਇੱਥੇ ਜਿਵੇਂ ਕਿ ਉਦਾਹਰਨ ਵੀ ਤੁਸੀਂ ਦੇਖ ਸਕਦੇ ਹੋ, A ਜਮਾ B, ਇਹ A ਤੇ B ਦੋ ਅਭਿਕਾਰਕ ਨੇ ਜੋ ਕਿ ਰਿਐਕਟ ਕੀਤੇ ਆ ਤੇ C ਬਣ ਗਿਆ। ਤਾਂ ਅਭਿਕਾਰਕ ਰਿਐਕਟ ਕਰਕੇ ਇੱਕ ਪ੍ਰੋਡਕਟ ਜਦੋਂ ਬਣਦਾ ਹੋਵੇ, ਇੱਕ ਉਤਪਾਦ ਬਣਦਾ ਹੋਵੇ, ਅਜਿਹੀ ਰਿਐਕਸ਼ਨ ਨੂੰ ਅਸੀਂ ਕੰਬੀਨੇਸ਼ਨ ਰਿਐਕਸ਼ਨ ਸੰਯੋਜਨ ਕਿਰਿਆ ਆਖਦੇ ਹਾਂ। ਇਹਦੀ ਹੋਰ ਉਦਾਹਰਨ ਜਿਵੇਂ ਕਿ ਅਸੀਂ ਕੱਲ ਵੀ ਦੇਖੀ ਸੀ, N2 plus H2 gives you NH3, ਨਾਈਟ੍ਰੋਜਨ ਗੈਸ ਪਲਸ ਹਾਈਡਰੋਜਨ ਗੈਸ gives you ਅਮੋਨੀਆ। ਇਹ ਆਪਾਂ ਪੜ੍ਹਿਆ ਸੀ। ਹੁਣ ਤੁਸੀਂ ਬੱਚੋ ਦੇਖ ਸਕਦੇ ਹੋ ਇੱਥੇ ਕਿ ਦੋ ਅਭਿਕਾਰਕ ਜਿਹੜੇ ਹੈਗੇ ਉਹ ਇੱਥੇ ਹੈਗਾ ਨਾਈਟ੍ਰੋਜਨ ਗੈਸ ਤੇ ਹਾਈਡਰੋਜਨ ਗੈਸ, ਤੇ ਉਤਪਾਦ ਜਿਹੜਾ ਬਣਦਾ ਪਿਆ ਉਹ ਕੱਲਾ ਇੱਕ ਬਣਦਾ ਪਿਆ ਜਿਹਦਾ ਨਾਂ ਹੈਗਾ ਅਮੋਨੀਆ। ਇਹ ਜਦੋਂ ਰਿਐਕਸ਼ਨ ਆਪਾਂ ਬੈਲੈਂਸ ਕਰ ਲੈਂਦੇ ਸੀਗੇ ਤਾਂ ਕੁਝ ਇਸ ਪ੍ਰਕਾਰ ਦੀ ਹੋ ਜਾਂਦੀ ਸੀ, N2 plus 3H2 gives you 2NH3। ਤਾਂ ਇਹਦੇ ਵਿੱਚ ਕਿਉਂਕਿ ਪ੍ਰੋਡਕਟ ਇੱਕ ਬਣਦਾ ਪਿਆ, ਜਿਹੜੇ ਰਿਐਕਟੈਂਟ ਸੀਗੇ ਉਹ ਦੋ ਸੀਗੇ, ਸੋ ਦੋ ਜਾਂ ਦੋ ਤੋਂ ਵੱਧ ਰਿਐਕਟੈਂਟ ਜਦੋਂ ਰਿਐਕਟ ਕਰਦੇ ਆ, ਅਭਿਕਾਰਕ ਕਿਰਿਆ ਕਰਦੇ ਆ ਤੇ ਇੱਕ ਹੀ ਉਤਪਾਦ ਬਣਾਉਣ, ਉਸ ਨੂੰ ਅਸੀਂ ਉਸ ਕਿਰਿਆ ਨੂੰ ਅਸੀਂ ਸੰਯੋਜਨ ਕਿਰਿਆ ਕਹਿੰਦੇ ਹੈਗੇ ਆ। ਇੱਧਰਲੇ ਪਾਸੇ ਅਭਿਕਾਰਕ ਤੇ ਇੱਧਰਲੇ ਪਾਸੇ ਉਤਪਾਦ। ਉਤਪਾਦ ਤੁਸੀਂ ਦੇਖ ਸਕਦੇ ਹੋ ਬੱਚਿਓ ਸਿਰਫ ਇੱਕ ਹੀ ਆ, ਅਮੋਨੀਆ। ਹੋਰ ਆਪਾਂ ਉਦਾਹਰਨ ਦੇਖੀਏ ਕੰਬੀਨੇਸ਼ਨ ਰਿਐਕਸ਼ਨ ਦੀ, ਸੰਯੋਜਨ ਕਿਰਿਆ ਦੀ। ਤਾਂ ਇਹ ਤਾਂ ਤੁਸੀਂ ਪੜ੍ਹ ਚੁੱਕੇ ਹੋ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਕਿਰਿਆ ਕਰਕੇ ਜੁੜ ਕੇ ਇੱਕ ਉਤਪਾਦ ਬਣਾਉਣ, ਉਸ ਕਿਰਿਆ ਨੂੰ ਅਸੀਂ ਸੰਯੋਜਨ ਕਿਰਿਆ ਜਾਂ ਕੰਬੀਨੇਸ਼ਨ ਰਿਐਕਸ਼ਨ ਬੱਚਿਓ ਬੋਲਦੇ ਹਾਂ। ਜਿਵੇਂ ਕਿ ਮੈਗਨੀਸ਼ੀਅਮ ਪਲਸ ਆਕਸੀਜਨ ਗਿਵਸ ਯੂ ਮੈਗਨੀਸ਼ੀਅਮ ਆਕਸਾਈਡ। ਕੱਲ ਵੀ ਆਪਾਂ ਇਹਦੇ ਬਾਰੇ ਚਰਚਾ ਵੀ ਕੀਤੀ ਸੀ। ਮੈਗਨੀਸ਼ੀਅਮ ਪਲਸ ਆਕਸੀਜਨ ਗੈਸ ਗਿਵ ਯੂ ਮੈਗਨੀਸ਼ੀਅਮ ਆਕਸਾਈਡ। 2Mg plus O2 gives you 2MgO। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਅਭਿਕਾਰਕ ਜਿਹੜੇ ਆ ਬੱਚਿਓ ਜਾਂ ਰਿਐਕਟੈਂਟ ਤੁਹਾਡੇ ਕੋਲ ਦੋ ਨੇ, ਮੈਗਨੀਸ਼ੀਅਮ ਤੇ ਆਕਸੀਜਨ, ਤੇ ਪ੍ਰੋਡਕਟ ਜਿਹੜਾ ਬਣਦਾ ਪਿਆ ਉਹ ਸਿਰਫ ਇੱਕ ਹੀ ਬਣਦਾ ਪਿਆ, ਉਹਦਾ ਨਾਂ ਹੈਗਾ ਬੱਚਿਓ ਮੈਗਨੀਸ਼ੀਅਮ ਆਕਸਾਈਡ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਕੰਬੀਨੇਸ਼ਨ ਰਿਐਕਸ਼ਨ ਕੀ ਹੁੰਦੀ ਹੈ ਸਮਝ ਲੱਗ ਗਈ ਹੋਵੇਗੀ। ਕੰਬੀਨੇਸ਼ਨ ਰਿਐਕਸ਼ਨ ਸ਼ਬਦ ਬੱਚਿਓ ਸੁਣੋ, ਕੰਬਾਈਨ ਮਤਲਬ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਜਦੋਂ ਜੁੜ ਜਾਂਦੀਆਂ ਜਾਂ ਕੰਬਾਈਨ ਹੋ ਜਾਂਦੀਆਂ ਤੇ ਇੱਕ ਹੀ ਉਤਪਾਦ ਬਣੇ, ਇੱਕ ਹੀ ਚੀਜ਼ ਬਣੇ। ਨੈਕਸਟ ਬੱਚਿਓ ਅਸੀਂ ਇਹਦੀ ਹੋਰ ਉਦਾਹਰਨ ਦੇਖਣ ਵਾਲੇ ਹਾਂ, ਜਿਵੇਂ ਕਿ ਬਰਨਿੰਗ ਆਫ ਕੋਲ। ਕੋਇਲੇ ਦੇ ਵਿੱਚ ਜ਼ਿਆਦਾਤਰ ਬੱਚਿਓ ਕਾਰਬਨ ਹੀ ਹੁੰਦੀ ਹੈ ਤੇ
कल भी दस चुके सीगे कि जो भी किसी चीज़ ਨੂੰ ਅੱਗ ਲਗਾਉਂਦੇ ਆ ਤਾਂ ਆਕਸੀਜਨ ਜਿਹੜਾ ਆ ਉਹ ਆਕਸੀਜਨ ਗੈਸ ਜਿਹੜੀ ਆ ਉਹ ਸਪੋਰਟਰ ਆਫ ਦਾ ਕੰਬਸ਼ਨ ਆ। ਬਿਨਾਂ ਆਕਸੀਜਨ ਗੈਸ ਦੀ ਮੌਜੂਦਗੀ ਵਿੱਚ ਤੁਸੀਂ 8ਵੀਂ ਕਲਾਸ 'ਚ ਕਿਰਿਆ ਵੀ ਕੀਤੀ ਹੋਈ ਆ ਕਿ ਅੱਗ ਜਿਹੜੀ ਆ ਉਹ ਨਹੀਂ ਲੱਗ ਸਕਦੀ। ਆਕਸੀਜਨ ਗੈਸ ਹੋਊਗੀ ਤਾਂ ਹੀ ਕਿਸੇ ਸਬਸਟੈਂਸ ਨੂੰ ਅੱਗ ਲੱਗਣੀ ਹੈ। ਤਾਂ ਇਸੇ ਕਰਕੇ C+O2 ਜਦੋਂ ਦੋਨੋਂ ਚੀਜ਼ਾਂ ਰਿਐਕਟ ਕਰਦੀਆਂ ਤਾਂ CO2 ਕਾਰਬਨ ਡਾਈਆਕਸਾਈਡ ਗੈਸ ਬਣਦੀ ਹੈ। ਇੱਥੇ S ਦਾ ਮਤਲਬ ਸੋਲਿਡ, G ਦਾ ਮਤਲਬ ਗੈਸ। दूसरी जी एग्जाम्पल ऑफ फॉर्मेशन ऑफ वाटर फ्रॉम H2 एंड O2 जो हाइड्रोजन गैस तो ऑक्सीजन गैस दोनों कंबाइन करन मतलब जुड़ जान या रिएक्ट करन तो वाटर बनता। तो प्रोडक्ट देखो बच्चों एक एक ही बन रहा। रिएक्टेंट जिहड़े सीगे दो या दो तो वध हो सकते हैं। तो अजिही क्रिया नूं असीं कंबीनेशन रिएक्शन बोलते हैं। In a simple language we can say that when two or more substances, elements or compounds combine to form a single product, the reactions are called combination reaction। ਤਾਂ ਆਪਾਂ ਚਾਰ ਉਦਾਹਰਨਾਂ ਕਰ ਲਈਆਂ, ਇਹਨੂੰ ਬੱਚੇ ਤੁਸੀਂ ਯਾਦ ਰੱਖਣਾ। ਹੁਣ ਆ ਤੁਸੀਂ ਦੇਖ ਸਕਦੇ ਹੋ 2H2 + O2 ਇਹ ਰਿਐਕਟੈਂਟ ਆ ਤੇ H2O ਜਿਹੜਾ ਬਣਿਆ ਉਹ ਪ੍ਰੋਡਕਟ ਬਣਿਆ। ਸਿਰਫ ਇੱਕ ਹੀ ਪ੍ਰੋਡਕਟ ਆ ਵਾਟਰ, ਕੋਈ ਹੋਰ ਪ੍ਰੋਡਕਟ ਨਾਲ ਨਹੀਂ ਬਣਦਾ ਪਿਆ। ਤਾਂ ਅਜਿਹੀ ਰਿਐਕਸ਼ਨ ਨੂੰ ਅਸੀਂ ਕੰਬੀਨੇਸ਼ਨ ਰਿਐਕਸ਼ਨ ਬੋਲਦੇ ਹੈਗੇ। बच्चों कंबीनेशन रिएक्शन जिहड़ियां होंदियां ना ज़्यादातर सारियां कंबीनेशन रिएक्शन नहीं पर ज़्यादातर कंबीनेशन रिएक्शन जिहड़ियां होंदियां वो एक्सोथर्मिक रिएक्शन होंदियां। एक्सो का मतलब है बच्चों बाहर निकलना, एग्जिट। थर्म का मतलब ताप सीगा लेकिन आपां इत्थे एनर्जी लैके चलांगे। मतलब जो कोई किसी भी रिएक्शन दे विचों एनर्जी अगर बाहर निकले, हुण एनर्जी चाहे लाइट की फॉर्म च होवे चाहे हीट की फॉर्म च होवे, अगर कुछ ना कुछ एनर्जी बाहर निकलती पई आ तो असी उस रिएक्शन नूं कहांगे एक्सोथर्मिक रिएक्शन। हुण बच्चों जो असी कार्बन नूं अग लगावांगे, कोयले नूं अग लगाने आ, तुहानूं पता उहदे विचों ताप ऊर्जा भी निकलदी है ते प्रकाशी ऊर्जा मतलब लाइट एनर्जी भी निकलदी है ते बिल्कुल बच्चों लाइट के नाल हीट एनर्जी भी निकलती है। तो इस करके जी बर्निंग ऑफ कोल आ वो कंबीनेशन रिएक्शन के नाल एक एक्सोथर्मिक रिएक्शन भी है। ये बारे भी आप अगे चर्चा करना ही है। हुण मोर एग्जाम्पल ऑफ कंबीनेशन रिएक्शन एंड एक्सोथर्मिक रिएक्शन, संयोजन क्रिया ते ताप निकासी क्रिया, जिद्दां कि CaO क्विक लाइम कैल्शियम ऑक्साइड प्लस वाटर। जो आप चूने नूं बच्चों पानी दे विच पा रहे हैं तो कैल्शियम हाइड्रोक्साइड तो बनता पर ये नाल एक लार्ज अमाउंट ऑफ हीट ताप ऊर्जा बहुत बनती है। इत्थे तुसीं देखोगे भी क्रिया भी तुहानूं दिखाई जाऊगी। तो CaO जिन्हों पंजाबी च असीं अणबुझिया चूना या फिर कैल्शियम ऑक्साइड बोलते हैं, तो CaOH जिन्हों स्लेक्ड लाइम, लाइम वाटर, कैल्शियम हाइड्रोक्साइड इंग्लिश दे विच ते पंजाबी च इसनूं बुझिया होया चूना बोलते हैं बच्चों। तो हुण बच्चों क्योंकि प्रोडक्ट तो एक ही बनया लेकिन रिएक्टेंट साडे कोल दो सी, प्रोडक्ट एक तो ये जिहड़ी रिएक्शन है कंबीनेशन रिएक्शन के नाल क्योंकि ये हीट भी बहुत ज़्यादा मात्रा में निकलती पई आ, एक कंबीनेशन के नाल एक्सोथर्मिक रिएक्शन भी है। एक्सो का मतलब बाहर निकलना, एग्जिट। थर्म का मतलब वैसे तो थर्म का मतलब होंदा हीट, पर इत्थे आपां लैके चलना कोई भी किसी भी तरह की कोई एनर्जी अगर बाहर निकलती हो, चाहे वो एनर्जी हीट की फॉर्म च होवे चाहे वो एनर्जी जिहड़ी है लाइट की फॉर्म च होवे। तो हीट एनर्जी अगर बाहर निकलती पई तो यह रिएक्शन कंबीनेशन भी है प्लस एक्सोथर्मिक रिएक्शन भी है। इत्थे तुहाडी किताब विच भी बच्चों ये पिक्चर बनी हुई है कि जो असीं कैल्शियम ऑक्साइड नूं पानी दे विच पाईए तो फिर मतलब इदा बीकर अगर साडे कोल हैगा तो बीकर नूं इदा बाहरों हत्थ लगाइए तो बीकर पूरा गर्म हो जाएगा क्योंकि काफ़ी ज़्यादा मात्रा दे विच जिहड़ी गर्मी आ वो बाहर निकलती पई है। तो एक्सोथर्मिक रिएक्शन वो रिएक्शन होंदी है या ताप निकासी क्रिया। ताप मतलब बच्चों हीट, निकासी मतलब बाहर निकलना। तो वो रसायनिक क्रिया जिस विच उत्पाद तां बनन पर उत्पादां दे बनन दे नाल ताप ऊर्जा भी पैदा होवे या किसी भी तरह की कोई ऊर्जा पैदा होवे, अजिही रिएक्शन नूं असीं एक्सोथर्मिक रिएक्शन या ताप निकासी क्रिया बच्चों बोलते हैं। इत्थे तुसीं हुण ताप निकासी क्रिया ही देखण वाले हैं कैल्शियम ऑक्साइड दी। तो इत्थे तुसीं देख सकते हो कि कैल्शियम ऑक्साइड आ चूने दे विच जदों असीं पानी पावांगे बच्चों, क्विक लाइम दे विच जदों असीं पानी पाया तो तुसीं देखोगे किद्दां भाफ बाहर निकलदी पई। तो देखो भाफ कितनी ज़्यादा जिहड़ी आ वो बाहर निकलदी पई हैगी, जिहदे नाल आपां कह सकते हैं कि एक ताप निकासी क्रिया। असीं पानी साइड ते भी पाने पे हैं ताकि वो जिहड़ा चूने दे आह मिक्सचर आ वो ठंडा रहे, ज़्यादा गर्म ना हो। तुसीं देख सकते हो कितना ज़्यादा उस चों जिहड़ी हैगी है ताप जिहड़ा वो निकलदा पिया हैगा। तुसीं इत्थे देख सकते हो बच्चों काफ़ी ज़्यादा मात्रा दे विच जिहड़ा ताप आ
ਉਹ ਬਣਦਾ ਪਿਆ। ਤਾਂ ਜਿਹੜੀ ਬਾਅਦ ਚੋਂ ਚੀਜ਼ ਬਣੀ ਉਹ ਕੈਲਸ਼ੀਅਮ ਹਾਈਡਰੋਕਸਾਈਡ ਬਣੀ। ਪਰ ਤੁਸੀਂ ਇੱਥੇ ਹੁਣ ਬਰਤਨ ਦਾ ਹਾਲ ਦੇਖ ਸਕਦੇ ਹੋ। ਈਵਨ ਇਨਸਾਈਡ ਆਫ a cold water bath the plastic melts in some places। ਦੇ ਜਿਹੜਾ ਪਲਾਸਟਿਕ ਦੇ ਵਿੱਚ ਆਪਾਂ ਚੂਨਾ ਪਾਇਆ ਸੀ ਉਹ ਪਲਾਸਟਿਕ ਵੀ ਦੇਖੋ ਤੁਸੀਂ ਪਿਘਲ ਗਿਆ ਹੈਗਾ। ਤਾਂ ਇਸ ਐਕਸਪੈਰੀਮੈਂਟ ਨੂੰ ਬੱਚਿਓ ਬਹੁਤ ਧਿਆਨ ਦੇ ਨਾਲ ਕਰਨਾ ਹੈ, ਅਧਿਆਪਕ ਦੀ ਮੌਜੂਦਗੀ ਦੇ ਵਿੱਚ ਕਰਨਾ ਆ। ਤਾਂ ਇਸ ਰਿਐਕਸ਼ਨ ਦੇ ਵਿੱਚ ਆਪਾਂ ਕੀ ਦੇਖਿਆ ਕਿ ਕੈਲਸ਼ੀਅਮ ਆਕਸਾਈਡ, ਉਹੀ ਜਿਹੜੀ ਰਿਐਕਸ਼ਨ ਤੁਸੀਂ ਪਹਿਲਾਂ ਵੀ ਦੇਖ ਚੁੱਕੇ, ਕੈਲਸ਼ੀਅਮ ਆਕਸਾਈਡ ਦੇ ਵਿੱਚ ਜਦੋਂ ਅਸੀਂ ਪਾਣੀ ਪਾਉਂਦੇ ਆ ਤਾਂ ਉਹ ਕੈਲਸ਼ੀਅਮ ਹਾਈਡਰੋਕਸਾਈਡ ਬੁਝਿਆ ਹੋਇਆ ਚੂਨਾ ਦੇ ਨਾਲ ਨਾਲ ਹੀਟ ਮਤਲਬ ਲਾਰਜ ਅਮਾਊਂਟ ਆਫ ਜਿਹੜੀ ਐਨਰਜੀ ਆ, ਹੀਟ ਐਨਰਜੀ, ਉਹ ਪੈਦਾ ਹੁੰਦੀ ਹੈ। ਤਾਂ ਅਜਿਹੀ ਰਿਐਕਸ਼ਨ ਨੂੰ ਅਸੀਂ ਐਗਜ਼ੋਥਰਮਿਕ ਜਾਂ ਤਾਪ ਨਿਕਾਸੀ ਕਿਰਿਆ ਬੋਲਦੇ ਹਾਂ, ਜਿਹਦੇ ਵਿੱਚ ਉਤਪਾਦ ਤਾਂ ਬਣਨ ਪਰ ਉਤਪਾਦ ਦੇ ਬਣਨ ਦੇ ਨਾਲ ਨਾਲ ਤਾਪ ਊਰਜਾ ਵੀ ਪੈਦਾ ਹੁੰਦੀ ਪਈ, ਉਹ ਐਗਜ਼ੋਥਰਮਿਕ। ਇਹ ਜਿਹੜੀ ਐਗਜ਼ਾਮਪਲ ਹੈਗੀ ਇਹ ਐਗਜ਼ੋਥਰਮਿਕ ਦੇ ਨਾਲ ਨਾਲ ਕੰਬੀਨੇਸ਼ਨ ਰਿਐਕਸ਼ਨ ਵੀ ਹੈਗੀ, ਕਿਉਂਕਿ ਇਹ 'ਚ ਪ੍ਰੋਡਕਟ ਸਿਰਫ ਇੱਕ ਬਣਦਾ ਪਿਆ। ਤਾਂ ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਰਿਐਕਸ਼ਨ ਤੇ ਕਿਰਿਆ ਪੂਰੀ ਸਮਝ ਲੱਗ ਗਈ ਹੋਵੇਗੀ। ਨੈਕਸਟ ਬੱਚਿਓ ਅਸੀਂ ਅਗਰ ਅੱਗੇ ਦੇਖੀਏ ਤਾਂ ਐਗਜ਼ਾਮਪਲ ਆਫ ਐਗਜ਼ੋਥਰਮਿਕ ਰਿਐਕਸ਼ਨ, ਤਾਪ ਨਿਕਾਸੀ ਕਿਰਿਆਵਾਂ ਦੀਆਂ ਹੋਰ ਉਦਾਹਰਣ ਅਸੀਂ ਦੇਖਣ ਵਾਲੇ ਹਾਂ। ਸਾਹ ਕਿਰਿਆ ਜਿਹੜੀ ਆ, ਜਿਹੜਾ ਅਸੀਂ ਫੂਡ ਖਾਧਾ ਆ, ਫੂਡ ਤੋਂ ਜਿਹੜੀ ਐਨਰਜੀ ਲੈਣੀ ਆ ਉਸ ਨੂੰ ਅਸੀਂ ਬੋਲਦੇ ਹਾਂ ਰੈਸਪੀਰੇਸ਼ਨ ਜਾਂ ਸਾਹ ਕਿਰਿਆ। ਉਹ ਵੀ ਇੱਕ ਤਾਪ ਨਿਕਾਸੀ ਕਿਰਿਆ ਹੈ। ਸਾਡੇ ਸਰੀਰ ਦੇ ਸੈੱਲਾਂ ਵਿੱਚ ਜਦੋਂ ਗਲੂਕੋਜ਼ ਆਕਸੀਜਨ ਨਾਲ ਕਿਰਿਆ ਕਰਦਾ ਹੈ ਤਾਂ ਊਰਜਾ ਪੈਦਾ ਹੁੰਦੀ ਹੈ। ਇਹੀ ਊਰਜਾ ਜਿਹੜੀ ਪੈਦਾ ਹੋਈ ਹੈ ATP ਦੀ ਫਾਰਮ 'ਚ, ਐਡੀਨੋਸਿਨ ਟ੍ਰਾਈਫਾਸਫੇਟ ਦੀ ਫਾਰਮ ਦੇ ਵਿੱਚ, ਇਸ ਨੂੰ ਅਸੀਂ ਵੱਖ-ਵੱਖ ਸਾਡਾ ਜਿਹੜਾ ਸਰੀਰ ਆ ਉਹ ਯੂਜ਼ ਕਰਦਾ ਵੱਖ-ਵੱਖ ਕਾਰਜਾਂ ਦੇ ਲਈ। ਜਿਵੇਂ ਕਿ ਮੈਂ ਬੋਲਦਾ ਪਿਆ ਆ ਜਾਂ ਮੇਰੇ ਸਰੀਰ ਦਾ ਤਾਪਮਾਨ ਨੂੰ ਮੇਨਟੇਨ ਰੱਖਣ ਦੇ ਲਈ ਇਸ ਨੂੰ ਹੀਟ ਐਨਰਜੀ ਵੀ ਜਿਹੜੀ ਆ ਉਹ ਪੈਦਾ ਕਰਨੀ ਪੈਂਦੀ। ਤਾਂ ਸਾਹ ਕਿਰਿਆ ਜਿਹੜੀ ਕਿ ਗਲੂਕੋਜ਼ ਪਲੱਸ ਆਕਸੀਜਨ, ਕਿਉਂਕਿ ਅਸੀਂ ਜਦੋਂ ਸਾਹ ਲੈਂਦੇ ਹਾਂ ਸਾਡੇ ਅੰਦਰ ਆਕਸੀਜਨ ਗੈਸ ਜਾਂਦੀ ਹੈ, ਫੂਡ ਅਸੀਂ ਖਾਧਾ ਹੋਇਆ ਹੁੰਦਾ ਤਾਂ ਫੂਡ ਦੇ ਵਿੱਚ ਗਲੂਕੋਜ਼ ਪਲੱਸ ਆਕਸੀਜਨ ਗਿਵ ਯੂ CO2, ਆਪਾਂ ਨੋਜ਼ ਦੇ ਥਰੂ ਆਪਣੇ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਆ ਉਹ ਬਾਹਰ ਕੱਢ ਦਿੰਦੇ ਆ। ਵਾਟਰ ਅਗਰ ਸਾਡੀ ਬੋਡੀ ਦੇ ਵਿੱਚ ਕਮੀ ਆ ਪਾਣੀ ਦੀ, ਅਬਜ਼ੋਰਬ ਕਰ ਲਿਆ ਜਾਊਗਾ ਜਾਂ ਫਿਰ ਸਵੈਟ ਜਾਂ ਯੂਰੀਨ ਦੀ ਫਾਰਮ 'ਚ ਬਾਹਰ ਨਿਕਲ ਜਾਊਗਾ। ਤੇ ਲਾਰਜ ਅਮਾਊਂਟ ਆਫ ਐਨਰਜੀ, ਉਹੀ ATP ਦੀ ਫਾਰਮ ਦੇ ਵਿੱਚ ਜਿਹੜੀ ਐਨਰਜੀ ਉਹ ਪੈਦਾ ਹੁੰਦੀ ਆ। ਤੇ ਅਸੀਂ ਕਿਉਂਕਿ ਇਹ ਰਿਐਕਸ਼ਨ ਜਿਹੜੀ ਹੈ ਕੰਬੀਨੇਸ਼ਨ ਰਿਐਕਸ਼ਨ ਤਾਂ ਨਹੀਂ ਹੈਗੀ, ਪਰ ਇਹ ਇੱਕ ਐਗਜ਼ੋਥਰਮਿਕ ਰਿਐਕਸ਼ਨ ਜ਼ਰੂਰ ਆ। ਕਿਉਂਕਿ ਇਹਦੇ ਵਿੱਚ ਜਿਹੜੀ ਐਨਰਜੀ ਆ ਉਹ ਬਾਹਰ ਨਿਕਲਦੀ ਪਈ ਹੈ। ਤਾਂ ਬਰਨਿੰਗ ਆਫ ਨੈਚੁਰਲ ਗੈਸ, ਅਗਰ ਤੁਸੀਂ ਨੈਚੁਰਲ ਗੈਸ ਤੁਹਾਨੂੰ ਪਤਾ ਹੋਵੇ CH4 ਜਿਹੜੀ ਹੈ ਬੱਚਿਓ ਮਿਥੇਨ ਬੋਲਦੇ ਆ, ਬਾਇਓਗੈਸ ਵੀ ਬੋਲਦੇ ਆ ਇਹਨੂੰ, ਗੋਬਰ ਗੈਸ ਵੀ ਬੋਲਦੇ ਆ, ਸ਼ਾਇਦ ਤੁਸੀਂ ਨਾਮ ਸੁਣਿਆ ਵੀ ਹੋਵੇ। ਤਾਂ CH4 ਪਲੱਸ ਆਕਸੀਜਨ ਦੇ ਨਾਲ ਜਦੋਂ ਇਹ ਰਿਐਕਸ਼ਨ ਕਰਦੀ ਤਾਂ CO2 H2O ਤੇ ਲਾਰਜ ਅਮਾਊਂਟ ਆਫ ਹੀਟ ਇਜ਼ ਪ੍ਰੋਡਿਊਸਡ, ਹੀਟ ਵੀ ਤੇ ਲਾਈਟ ਐਨਰਜੀ ਵੀ ਜਿਹੜੀ ਆ ਉਹ ਪੈਦਾ ਹੁੰਦੀ ਹੈ। ਤਾਂ ਇਹਦੇ ਵਿੱਚ ਉਤਪਾਦ ਦੇਖੋ, ਦੋਨੋਂ ਕਿਰਿਆ ਦੇ ਵਿੱਚ ਉਤਪਾਦ ਦੇਖੋ, ਉਤਪਾਦ ਤਾਂ ਦੋ ਬਣਦੇ ਪਏ, ਕਾਰਬਨ ਡਾਈਆਕਸਾਈਡ ਤੇ ਵਾਟਰ। ਤਾਂ ਇਸ ਕਰਕੇ ਇਸ ਨੂੰ ਅਸੀਂ ਕੰਬੀਨੇਸ਼ਨ ਰਿਐਕਸ਼ਨ ਤਾਂ ਨਹੀਂ ਕਵਾਂਗੇ, ਲੇਕਿਨ ਇਹਦੇ ਵਿੱਚ ਐਨਰਜੀ ਪੈਦਾ ਹੋ ਰਹੀ ਹੈ, ਇਸ ਕਰਕੇ ਇਸ ਨੂੰ ਅਸੀਂ ਤਾਪ ਨਿਕਾਸੀ ਕਿਰਿਆ ਜ਼ਰੂਰ ਬੋਲ ਦੇਵਾਂਗੇ। ਤਾਂ ਇਸ ਕਰਕੇ ਦੋਨੋਂ ਰਿਐਕਸ਼ਨਾਂ ਜਿਹੜੀਆਂ ਆ ਉਹ ਐਗਜ਼ੋਥਰਮਿਕ ਰਿਐਕਸ਼ਨ। ਬਨਸਪਤੀ ਪਦਾਰਥਾਂ ਦੀ ਅਪਘਟਨ ਕਿਰਿਆ ਦੇ ਨਤੀਜੇ ਵਜੋਂ ਕੰਪੋਸਟ ਬਣਨਾ ਵੀ ਤਾਪ ਨਿਕਾਸੀ ਕਿਰਿਆ ਦੀ ਹੀ ਉਦਾਹਰਣ ਹੈ। The decomposition of vegetable matter into compost is also an example of exothermic reaction। ਹੁਣ ਬੱਚਿਓ ਜਿਹੜੇ ਸਾਡੇ ਸਬਜ਼ੀਆਂ ਦੀ ਰਹਿੰਦ ਖੂੰਹਦ ਆ, ਫਲ ਦੇ ਜਿਹੜੇ ਛਿੱਲੜ ਵਗੈਰਾ ਉਹ ਤੁਹਾਨੂੰ ਪਤਾ ਅਸੀਂ ਉਹ ਖੱਡਾ ਖੋਦ ਕੇ ਉਹਦੇ ਵਿੱਚ ਕੰਪੋਸਟਿੰਗ ਦੇ ਲਈ, ਵਰਮੀ ਕੰਪੋਸਟ ਉਹਦੇ ਵਿੱਚ ਗੰਡੋਏ ਵੀ ਜਾਂ ਅਰਥਮੋਮ ਵੀ ਛੱਡ ਦਈਏ ਤਾਂ ਹੌਲੀ ਹੌਲੀ ਉਹਦਾ ਅਪਘਟਨ ਕਿਰਿਆ ਹੋ ਜਾਂਦੀ ਹੈ ਤੇ ਉਹਦਾ ਕੰਪੋਸਟ ਬਣ ਜਾਂਦਾ, ਮੱਲੜ ਬਣ ਜਾਂਦਾ, ਜਿਹਦੇ ਨਾਲ ਸਾਡੀ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ। ਤਾਂ ਉਹ ਵੀ ਜਿਹੜੀ ਕਿਰਿਆ ਆ ਉਹ ਵੀ ਇੱਕ ਤਾਪ ਨਿਕਾਸੀ ਕਿਰਿਆ, ਉਹ 'ਚੋਂ ਵੀ ਜਿਹੜਾ ਹੀਟ ਐਨਰਜੀ ਆ ਉਹ ਪੈਦਾ ਹੁੰਦੀ ਹੋਏਗੀ ਬੱਚਿਓ। ਤਾਂ ਇਹ ਕੁਝ ਉਦਾਹਰਨਾਂ ਸੀਗੀਆਂ ਜੋ ਤੁਹਾਡੀ ਬੁੱਕ ਦੇ ਵਿੱਚ ਵੀ ਦਿੱਤੀਆਂ ਹੋਈਆਂ ਐਗਜ਼ੋਥਰਮਿਕ ਰਿਐਕਸ਼ਨ ਦੀਆਂ ਤੇ ਕੰਬੀਨੇਸ਼ਨ ਰਿਐਕਸ਼ਨ ਦੀਆਂ। ਅਗਲੀ ਜਿਹੜੀ ਆਪਾਂ ਬੱਚਿਓ ਰਿਐਕਸ਼ਨ ਪੜ੍ਹਨੀ ਹੈ ਨੰਬਰ 2 ਤੇ, ਉਹ ਹੈਗੀ ਡੀਕੰਪੋਜੀਸ਼ਨ ਰਿਐਕਸ਼ਨ, ਅਪਘਟਨ ਕਿਰਿਆ। ਅਪਘਟਨ ਕਿਰਿਆ ਬੱਚਿਓ 3 ਤਰ੍ਹਾਂ ਦੀ ਹੈ ਸਾਡੇ ਕੋਲ। ਥਰਮਲ ਡੀਕੰਪੋਜੀਸ਼ਨ, ਜਿਹਨੂੰ ਆਪਾਂ ਕਹਿ ਦਈਏ ਤਾਪ ਅਪਘਟਨ ਕਿਰਿਆ। ਅਪਘਟਨ ਮਤਲਬ ਬੱਚਿਓ ਤੋੜਨਾ, ਕਿਸੇ ਵੀ ਚੀਜ਼ ਨੂੰ, ਕਿਸੇ ਵੀ ਅਭਿਕਾਰਕ ਨੂੰ ਤੋੜਨਾ। ਜਿਵੇਂ ਕਿ A ਆ, A ਨੂੰ ਆਪਾਂ ਤੋੜ ਕੇ B ਤੇ C ਦੇ ਵਿੱਚ ਕਨਵਰਟ ਕਰ ਲਿਆ, ਲੇਕਿਨ ਕੀ ਦੇ ਕੇ? ਤਾਪ ਦੇ ਕੇ, ਕੋਈ ਨਾ ਕੋਈ ਊਰਜਾ ਜ਼ਰੂਰ ਦੇਣੀ ਪਊਗੀ। ਤਾਂ A ਕਨਵਰਟਡ ਟੂ B plus C with the help of heat। ਤਾਂ ਅਜਿਹੀ ਰਿਐਕਸ਼ਨ ਨੂੰ ਅਸੀਂ ਥਰਮਲ ਡੀਕੰਪੋਜੀਸ਼ਨ ਜਾਂ ਤਾਪ ਅਪਘਟਨ ਕਿਰਿਆ ਕਹਿ ਦਿੰਦੇ ਹਾਂ।
नंबर दूसरे ते साडे कोल हैगा फोटो डीकंपोजिशन रिएक्शन या प्रकाशी अपघटन किरिया। प्रकाश की मदद दे नाल किसी अभिकारण नूं तोड़ के असी बी ते सी मतलब उत्पाद होर बनाईए। इंज ही साडे कोल जिहड़ी तीसरी अपघटन किरिया वो हैगी इलैक्ट्रिकल डीकंपोजिशन या जिन्होंने असी इलैक्ट्रोलाइसिस भी बोलते हैं, बिजलई अपघटन किरिया। ਇਹਦੇ ਵਿੱਚ ਆਪਾਂ ਬਿਜਲੀ ਦੀ ਮਦਦ ਦੇ ਨਾਲ, ਇਲੈਕਟ੍ਰੋਲਾਈਸਿਸ ਦਾ ਮਤਲਬ ਇਹ ਹੈ, ਇਲੈਕਟ੍ਰੋ ਮਤਲਬ ਇਲੈਕਟ੍ਰਿਸਿਟੀ, ਲਾਈਸਿਸ ਦਾ ਮਤਲਬ ਬ੍ਰੇਕ ਡਾਊਨ, ਤੋੜਨਾ। ਤਾਂ ਬਿਜਲੀ ਦੀ ਮਦਦ ਦੇ ਨਾਲ ਜਿਹੜਾ ਸਾਡੇ ਕੋਲ ਇਹ ਰਿਐਕਟੈਂਟ ਆ ਉਹਨੂੰ ਤੋੜ ਕੇ ਬੀ ਤੇ ਸੀ ਪ੍ਰੋਡਕਟ ਜਿਹੜੇ ਆ ਉਹ ਬਣਾਣੇ। ਤਾਂ ਇਹਦੇ ਵਿੱਚ ਬੱਚੋ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਅਭਿਕਾਰਕ ਆ ਉਹ ਇੱਕ ਆ ਤੇ ਜਿਹੜੇ ਸਾਡੇ ਕੋਲ ਪ੍ਰੋਡਕਟ ਬਣਦੇ ਪਏ ਆ, ਉਤਪਾਦ ਬਣਦੇ ਪਏ, ਉਹ ਦੋ ਜਾਂ ਦੋ ਨਾਲੋਂ ਜ਼ਿਆਦਾ ਹੋ ਸਕਦੇ ਆ। ਤਾਂ ਆਪਾਂ ਕਹਿ ਸਕਦੇ ਆ ਕਿ ਡੀਕੰਪੋਜੀਸ਼ਨ ਰਿਐਕਸ਼ਨ ਜਿਹੜੀ ਆ ਉਹ ਕੰਬੀਨੇਸ਼ਨ ਰਿਐਕਸ਼ਨ ਦਾ ਬਿਲਕੁਲ ਉਲਟਾ ਆ। ਕਿਉਂ? ਕਿਉਂਕਿ ਉਹਦੇ ਵਿੱਚ ਰਿਐਕਟੈਂਟ ਸਾਨੂੰ ਦੋ ਜਾਂ ਦੋ ਨਾਲੋਂ ਜ਼ਿਆਦਾ ਚਾਹੀਦੇ ਹੁੰਦੇ ਆ ਤੇ ਪ੍ਰੋਡਕਟ ਉੱਥੇ ਬਣਦਾ ਸੀਗਾ ਸਿਰਫ ਇੱਕ। ਇੱਥੇ ਰਿਐਕਟੈਂਟ ਸਾਨੂੰ ਇੱਕ ਚਾਹੀਦਾ ਆ ਤੇ ਪ੍ਰੋਡਕਟ ਇੱਥੇ ਬਣਨਗੇ ਦੋ ਜਾਂ ਦੋ ਨਾਲੋਂ ਜ਼ਿਆਦਾ। ਤਾਂ ਇਹ ਦੂਸਰੀ ਗੱਲ, ਕਿਉਂਕਿ ਇਹ ਸਾਰੀਆਂ ਆਪਾਂ ਜਿਹੜੀਆਂ ਰਿਐਕਸ਼ਨਾਂ ਕੀਤੀਆਂ, ਥਰਮਲ ਹੋ ਜਾਵੇ, ਚਾਹੇ ਫੋਟੋ ਹੋ ਜਾਵੇ, ਚਾਹੇ ਇਲੈਕਟ੍ਰਿਕ ਹੋ ਜਾਵੇ, ਅਸੀਂ ਕੁਝ ਨਾ ਕੁਝ ਊਰਜਾ ਦਿੱਤੀ ਹੈ, ਚਾਹੇ ਉਹ ਤਾਪ ਊਰਜਾ ਦੀ ਫਾਰਮ 'ਚ ਦਿੱਤੀ, ਚਾਹੇ ਲਾਈਟ ਦੀ, ਚਾਹੇ ਆਪਾਂ ਬਿਜਲੀ ਦੀ ਫਾਰਮ 'ਚ ਦਿੱਤੀ ਹੈ। ਕਿਉਂਕਿ ਅਸੀਂ ਊਰਜਾ ਦਿੱਤੀ ਹੈ ਇਸ ਕਿਰਿਆ ਨੂੰ ਕਰਾਉਣ ਦੇ ਲਈ, ਤਾਂ ਅਜਿਹੀ ਕਿਰਿਆ ਨੂੰ ਅਸੀਂ ਐਂਡੋਥਰਮਿਕ ਜਾਂ ਫਿਰ ਤਾਪ ਸੋਖੀ ਕਿਰਿਆ ਵੀ ਕਹਿੰਦੇ ਹਾਂ। ਤਾਂ ਡੀਕੰਪੋਜੀਸ਼ਨ ਕਿਰਿਆ ਹੈ ਕਿ ਜਿਸ ਕਿਰਿਆ ਵਿੱਚ ਇੱਕ ਅਭਿਕਾਰਕ ਦਾ ਅਪਘਟਨ ਕਰਕੇ ਦੋ ਜਾਂ ਦੋ ਤੋਂ ਵੱਧ ਉਤਪਾਦ ਪੈਦਾ ਹੋਣ, ਅਜਿਹੀ ਕਿਰਿਆ ਨੂੰ ਅਪਘਟਨ ਕਿਰਿਆ ਕਹਿੰਦੇ ਹਨ। ਹੁਣ ਅਪਘਟਨ ਕਿਰਿਆ ਜਿਹੜੀ ਹੁੰਦੀ ਹੈ ਬੱਚੇ, ਉਹ ਤਾਪ ਸੋਖੀ ਕਿਰਿਆ ਹੁੰਦੀ ਹੈ। ਤਾਪ ਸਿਰਫ ਇੱਥੇ ਹੀਟ ਹੀ ਨਹੀਂ ਹੈਗਾ, ਇੱਥੇ ਆਪਾਂ ਐਨਰਜੀ ਜਿਹੜੀ ਆ ਉਹ ਐਬਜ਼ੋਰਬ ਹੁੰਦੀ ਪਈ ਆ। ਐਨਰਜੀ ਤਿੰਨ ਤਰ੍ਹਾਂ ਦੀ ਇੱਥੇ ਆਪਾਂ ਦਿੰਨੇ ਪਏ ਆ, ਤਾਪ ਦੀ ਫਾਰਮ 'ਚ ਮਤਲਬ ਹੀਟ ਦੀ ਫਾਰਮ 'ਚ, ਲਾਈਟ ਦੀ ਫਾਰਮ 'ਚ ਵੀ ਤੇ ਬਿਜਲੀ ਦੀ ਫਾਰਮ 'ਚ। ਇਹ ਆਪਾਂ ਅੱਗੇ ਵੀ ਦੇਖਾਂਗੇ। ਜਿਸ ਕਿਰਿਆ ਵਿੱਚ ਊਰਜਾ ਦਾ ਸੋਖਣ ਹੋ ਕੇ ਕੋਈ ਅਭਿਕਾਰਕ ਟੁੱਟ ਕੇ ਦੋ ਜਾਂ ਦੋ ਤੋਂ ਵੱਧ ਉਤਪਾਦ ਬਣਾਵੇ, ਉਸ ਨੂੰ ਅਸੀਂ ਤਾਪ ਸੋਖੀ ਜਾਂ ਐਂਡੋਥਰਮਿਕ ਰਿਐਕਸ਼ਨ ਵੀ ਬੋਲਦੇ ਹਾਂ। ਤਾਪ ਨੂੰ ਜਿਹਨੇ ਸੋਖ ਲਿਆ, ਐਂਡੋਥਰਮਿਕ ਰਿਐਕਸ਼ਨ। ਨੈਕਸਟ ਬੱਚੋ ਅਸੀਂ ਦੇਖਦੇ ਥਰਮਲ ਡੀਕੰਪੋਜੀਸ਼ਨ। ਸਭ ਤੋਂ ਡੀਕੰਪੋਜੀਸ਼ਨ 'ਚ ਇਹ ਸਬ ਪਾਰਟ ਆ ਥਰਮਲ। ਥਰਮਲ ਮਤਲਬ ਤਾਪ ਦੀ ਮਦਦ ਦੇ ਨਾਲ ਕਿਸੇ ਅਭਿਕਾਰਕ ਨੂੰ ਤੋੜ ਕੇ ਉਤਪਾਦ ਬਣਾਉਣੇ। ਇੱਥੇ ਬੱਚੋ ਤੁਸੀਂ ਦੇਖ ਸਕਦੇ ਆ, ਆਪਾਂ ਵੀਡੀਓ ਵੀ ਦੇਖਾਂਗੇ। ਤਾਂ ਆਪਾਂ ਕਰਨ ਕੀ ਲੱਗੇ ਸੀ, ਲੈਡ ਨਾਈਟ੍ਰੇਟ ਨੂੰ PbNO3 ਟਵਾਈਸ, ਇਸ ਨੂੰ ਗਰਮ ਕਰਕੇ PbO ਬਣਾਏਗਾ ਲੈਡ ਆਕਸਾਈਡ, NO2 ਬਣੇਗਾ ਨਾਈਟ੍ਰੋਜਨ ਡਾਈਆਕਸਾਈਡ, ਜੋ ਕਿ ਭੂਰੇ ਰੰਗ ਦਾ ਬਰਾਊਨ ਫਿਊਮਸ ਨਿਕਲ, ਇੱਥੇ ਤੁਸੀਂ ਦੇਖ ਸਕਦੇ ਹੋ। ਇੱਥੇ ਆ ਜਿਹੜੇ ਬਰਾਊਨ ਰੰਗ ਦੇ ਫਿਊਮਸ ਨਿਕਲਦੇ ਪਏ, ਫਿਊਮਸ ਮਤਲਬ ਜਿਹੜੇ ਵੇਪਰ ਨਿਕਲਦੇ ਪਏ ਆ, ਉਹ NO2 ਗੈਸ ਦਾ ਹੀ ਹੈ। ਤੇ ਆਕਸੀਜਨ ਗੈਸ ਵੀ ਨਿਕਲੇਗੀ O2। ਇਹੀ ਹੁਣ ਆਪਾਂ ਵੀਡੀਓ ਦੇਖਣੀ ਹੈ। ਆਕਸੀਜਨ ਗੈਸ ਬੱਚੋ ਤੁਹਾਨੂੰ ਪਤਾ ਹੀ ਹੈ ਕਿ ਉਹ ਕੰਬਸ਼ਨ ਦਾ ਸਪੋਰਟਰ ਆ, ਅੱਗ ਲਗਾਉਣ 'ਚ ਉਹ ਹੈਲਪ ਕਰਦਾ। ਤਾਂ ਇੱਥੇ ਸਾਨੂੰ ਆਪਾਂ ਲੈਡ ਨਾਈਟ੍ਰੇਟ ਲਿਆ PbNO3 ਟਵਾਈਸ, ਇੱਦਾਂ ਸਾਡੇ ਕੋਲ ਡੱਬੇ 'ਚ ਹੁੰਦਾ ਹੈ। ਸਾਡੇ ਕੋਲ ਇੱਦਾਂ ਲੈਬੋਰਟਰੀਜ਼ ਦੇ ਵਿੱਚ ਸਾਡੇ ਕੋਲ ਬਰਨਰ ਹੈਗਾ ਆ, ਟੈਸਟ ਟਿਊਬ ਹੋਲਡਰ, ਟੈਸਟ ਟਿਊਬ, ਸਪੈਚੂਲਾ ਵਗੈਰਾ, ਇਹ ਸਾਰੀਆਂ ਚੀਜ਼ਾਂ ਬੱਚਿਓ ਸਾਡੇ ਕੋਲ ਮੌਜੂਦ ਹੁੰਦੀਆਂ ਲੈਬੋਰਟਰੀਜ਼ ਦੇ ਵਿੱਚ। ਤਾਂ ਅਸੀਂ ਕੀ ਕਰਨਾ ਹੈ ਕਿ ਥੋੜਾ ਜਿਹਾ ਸਪੈਚੂਲਾ ਦੀ ਮਦਦ ਦੇ ਨਾਲ ਅਸੀਂ ਥੋੜਾ ਜਿਹਾ PbNO3 ਟਵਾਈਸ ਮਤਲਬ ਲੈਡ ਨਾਈਟ੍ਰੇਟ ਨੂੰ ਆਪਣੀ ਟੈਸਟ ਟਿਊਬ ਦੇ ਵਿੱਚ ਪਾ ਲਿਆ। ਤੁਸੀਂ ਰੰਗ ਦੇਖ ਸਕਦੇ ਹੋ PbNO3 ਟਵਾਈਸ ਦਾ, ਵਾਈਟਿਸ਼ ਕਲਰ ਦਾ ਹੁੰਦਾ ਬੱਚਿਓ ਇਹ। ਤਾਂ ਇੱਕ ਅਗਰਬੱਤੀ ਲੈ ਲੈਣੀ ਹੈ। ਅਗਰਬੱਤੀ ਉਹ ਤੁਹਾਨੂੰ ਦੱਸਾਂਗੇ ਕਿ ਉਹਦਾ ਉਪਯੋਗ ਕਿੱਥੇ ਹੋਣਾ ਜਾ ਕੇ, ਉਹ ਆਕਸੀਜਨ ਗੈਸ ਦੀ ਪ੍ਰੈਜ਼ੈਂਸ ਨੂੰ ਡਿਟੈਕਟ ਕਰਨ ਦੇ ਲਈ ਉਹ ਆਪਾਂ ਦੇਖਾਂਗੇ। ਹੁਣ PbNO3 ਟੁੱਟ ਕੇ PbO ਲੈਡ ਆਕਸਾਈਡ, NO2 ਨਾਈਟ੍ਰੋਜਨ ਡਾਈਆਕਸਾਈਡ ਤੇ ਆਕਸੀਜਨ ਦੇ ਵਿੱਚ ਟੁੱਟੇਗੀ। ਆਕਸੀਜਨ ਗੈਸ ਜਿਹੜੀ ਉਹ ਅਗਰਬੱਤੀ ਨੂੰ ਜੇਕਰ ਉਹ ਹਲਕੀ ਜਿਹੀ ਜਲਦੀ ਹੋਊਗੀ ਨਾ, ਤਾਂ ਉਸਨੂੰ ਬ੍ਰਾਈਟ ਜਲਾਉਣ 'ਚ ਹੈਲਪ ਕਰੂਗੀ। ਇੱਥੇ ਤੁਸੀਂ ਦੇਖੋਗੇ ਤਾਂ PbNO3 ਟਵਾਈਸ ਨੂੰ ਅਸੀਂ ਟੈਸਟ ਟਿਊਬ 'ਚ ਪਾ ਕੇ ਹੁਣ ਅਸੀਂ ਉਸਨੂੰ ਹੀਟ ਕਰਨਾ ਸ਼ੁਰੂ ਕੀਤਾ ਆ, ਥਰਮਲ ਡੀਕੰਪੋਜੀਸ਼ਨ ਕਰਨ ਲੱਗ ਗਏ। ਤਾਂ ਤੁਸੀਂ ਦੇਖੋਗੇ ਹੌਲੀ 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 ਇਹਨੂੰ ਜਦੋਂ ਅਸੀਂ ਗਰਮ ਕਰਦੇ ਪਏ ਆ ਤਾਂ ਇਹਦਾ ਜਿਹੜਾ ਰੰਗ ਆ ਉਹ ਬਦਲਣਾ ਸ਼ੁਰੂ ਹੋ ਜਾਣਾ ਜਿੱਦਾਂ ਇਸ ਨੂੰ ਹੀਟ ਕਰਾਵਾਂਗੇ। ਦੂਸਰੇ ਪਾਸੇ ਅਸੀਂ ਆਪਣੀ ਜਿਹੜੀ ਅਗਰਬੱਤੀ ਆ ਉਸਨੂੰ ਵੀ ਥੋੜਾ ਜਿਹਾ ਜਲਾ ਕੇ ਉਸਨੂੰ ਬੁਝਾ ਲੈਣਾ ਹੈਗਾ। ਜਦੋਂ ਆਪਾਂ ਇਸ ਨੂੰ ਗਰਮ ਕਰਾਂਗੇ ਸਾਨੂੰ ਡੈਕਰੀਪੀਏਸ਼ਨ ਸਾਊਂਡ ਆਊਗੀ, ਮਤਲਬ ਕੜਕ 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 ਦੀ ਆਵਾਜ਼ ਆ ਸਕਦੀ ਹੈ। ਤੁਸੀਂ ਦੇਖੋ ਅਗਰਬੱਤੀ ਨੂੰ ਜਲਾ ਕੇ ਮੈਂ ਬੁਝਾ ਲਿਆ ਹੈਗਾ, ਇਹਨੂੰ ਜ਼ਿਆਦਾ ਨਹੀਂ ਚਲਾਉਣਾ, ਅਸੀਂ ਬਸ ਥੋੜਾ ਜਿਹਾ ਚਲਾ ਕੇ ਛੱਡ ਲਿਆ। ਤਾਂ ਤੁਸੀਂ ਦੇਖੋਗੇ ਜਿਹੜਾ ਵਾਈਟ ਰੰਗ ਸੀਗਾ ਹੁਣ ਉਹ ਬਰਾਊਨਿਸ਼ ਜਿਹਾ ਹੋ ਲੱਗ ਗਿਆ। ਇਹ ਬਰਾਊਨਿਸ਼ ਬੱਚਿਓ ਤਾਂ ਹੋ ਲੱਗ ਗਿਆ ਕਿਉਂਕਿ ਇਹਦੇ ਵਿੱਚ NO2 ਦੇ ਜਿਹੜੇ ਆ ਗੈਸ ਜਿਹੜੀ ਉਹ ਬਣਨ ਲੱਗ ਗਈ। ਹੁਣ ਤੁਸੀਂ ਦੇਖੋ ਮੈਂ ਅਗਰਬੱਤੀ ਨੂੰ ਜਦੋਂ ਉਹਦੇ ਅੰਦਰ ਪਾਇਆ
ਤਾਂ ਉਹਦੀ ਜਿਹੜੀ ਫਲੇਮ ਦੇਖੋ, ਜਿਹੜਾ ਮਤਲਬ ਜਿਹੜਾ ਉਹਦਾ ਬ੍ਰਾਈਟਨੈਸ ਆ ਉਹ ਦੇਖੋ ਉਹ ਵੱਧ ਜਾਏਗੀ। ਉਹ ਦੇਖੋ ਪੂਰੀ ਜਲਣ ਲੱਗ ਗਈ। ਇਹ ਕਿਸ ਕਰਕੇ ਜੱਲੀ? ਇਹ ਜੱਲੀ ਪੁੱਤਰ ਆਕਸੀਜਨ ਗੈਸ ਕਰਕੇ, ਕਿਉਂਕਿ ਆਕਸੀਜਨ ਗੈਸ ਇਜ਼ ਦਾ ਸਪੋਰਟਰ ਆਫ ਕੰਬਸ਼ਨ। ਅਗਰਬੱਤੀ ਤੇ ਥੋੜੀ ਜਿਹੀ ਅੱਗ ਤਾਂ ਪਹਿਲਾਂ ਹੀ ਲੱਗੀ ਹੋਈ ਸੀਗੀ, ਲੇਕਿਨ ਆਕਸੀਜਨ ਗੈਸ ਨੇ ਉਸ ਅੱਗ ਨੂੰ ਹੋਰ ਜ਼ਿਆਦਾ ਬ੍ਰਾਈਟ ਕਰ ਦਿੱਤਾ। ਤਾਂ ਆਪਾਂ ਇੱਥੋਂ ਦੀ ਡਿਟੈਕਸ਼ਨ ਕਰ ਲਈ ਕਿ ਆਕਸੀਜਨ ਗੈਸ ਜਿਹੜੀ ਆ ਉਹ ਪੈਦਾ ਹੋ ਰਹੀ ਹੈ। ਇੱਥੇ ਤੁਹਾਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਟੈਸਟ ਟਿਊਬ ਦੇ ਵਿੱਚੋਂ ਬਰਾਊਨਿਸ਼ ਕਲਰ ਦੀ ਇੱਕ ਹੋਰ ਗੈਸ ਨਿਕਲਦੀ ਪਈ ਆ। ਉਹ ਜਿਹੜੀ ਬਰਾਊਨਿਸ਼ ਕਲਰ ਦੀ ਗੈਸ ਹੈਗੀ ਆ ਉਹ ਹੈਗੀ ਨਾਈਟ੍ਰੋਜਨ ਡਾਈਆਕਸਾਈਡ ਗੈਸ, NO2। ਤਾਂ ਆਹ ਦੇਖੋ ਤੁਸੀਂ ਦੇਖ ਸਕਦੇ ਹੋ NO2 ਗੈਸ ਜਿਹੜੀ ਆ ਉਹਦੇ ਫਿਊਮਸ ਬਣ ਕੇ ਬਾਹਰ ਨਿਕਲਦੇ ਪਏ। ਤਾਂ ਲੈਡ ਨਾਈਟ੍ਰੇਟ ਤੋਂ ਲੈਡ ਆਕਸਾਈਡ ਉਹ ਵਿੱਚ ਹੀ ਆ, ਸਾਲਟ ਜਿਹੜਾ ਬਣਿਆ, ਨਾਈਟ੍ਰੋਜਨ ਡਾਈਆਕਸਾਈਡ, ਬਰਾਊਨ ਫਿਊਮਸ ਬਣ ਕੇ ਉੱਡ ਗਈ, ਤੇ ਆਕਸੀਜਨ ਗੈਸ ਜਿਹੜੀ ਕਿ ਹੈਲਪ ਕਰਦੀ ਪਈ ਸੀ ਅਗਰਬੱਤੀ ਨੂੰ ਹੋਰ ਜ਼ਿਆਦਾ ਬ੍ਰਾਈਟ ਕੰਬਸ਼ਨ ਹੋਣ ਦੇ ਵਿੱਚ। ਤਾਂ ਇਹ ਸਾਡੇ ਕੋਲ ਜਿਹੜੀ ਰਿਐਕਸ਼ਨ ਸੀ ਥਰਮਲ ਡੀਕੰਪੋਜੀਸ਼ਨ ਰਿਐਕਸ਼ਨ ਸੀ ਬੱਚਿਓ। ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਸਾਰੀ ਰਿਐਕਸ਼ਨ ਸਮਝ ਲੱਗ ਗਈ ਹੋਵੇਗੀ। ਨੈਕਸਟ ਰਿਐਕਸ਼ਨ ਸਾਡੇ ਕੋਲ ਹੈਗੀ ਆ ਬੱਚਿਓ FeSO4.7H2O, ਹਾਈਡਰਸ ਫੈਰਸ ਸਲਫੇਟ, ਜੋ ਕਿ ਹਰੇ ਰੰਗ ਦਾ ਹੁੰਦਾ ਬੱਚਿਓ। ਇਸ ਨੂੰ ਅਸੀਂ ਜਦੋਂ ਗਰਮ ਕਰਦੇ ਆ ਐਨਹਾਈਡਰਸ ਫੈਰਸ ਸਲਫੇਟ ਜੋ ਕਿ ਵਾਈਟ ਰੰਗ ਦਾ, ਤੇ 7H2O ਜਿਹੜੇ ਆ ਉਹ ਅਲੱਗ ਹੋ ਜਾਂਦੇ। ਫਿਰ ਜੇਕਰ ਅਸੀਂ ਫਰਦਰ FeSO4 ਨੂੰ ਹੀਟ ਕਰਦੇ ਆ ਤਾਂ ਫੈਰਿਕ ਆਕਸਾਈਡ ਜੋ ਕਿ ਰੈਡਿਸ਼ ਬਰਾਊਨ ਕਲਰ ਦਾ ਹੁੰਦਾ, ਜਿੱਦਾਂ ਕਿ ਜੰਗ ਦਾ ਰੰਗ ਹੁੰਦਾ ਬੱਚਿਓ, SO2 ਸਲਫਰ ਡਾਈਆਕਸਾਈਡ ਤੇ ਸਲਫਰ ਟ੍ਰਾਈਆਕਸਾਈਡ ਦੇ ਵਿੱਚ ਟੁੱਟ ਜਾਵੇਗਾ। ਇੱਥੇ ਤੁਸੀਂ ਰਿਐਕਸ਼ਨ ਵੀ ਦੇਖ ਸਕਦੇ ਆ ਸਾਡੇ ਕੋਲ FeSO4.7H2O ਫੈਰਸ ਸਲਫੇਟ ਹੈਪਟਾਹਾਈਡਰੇਟ ਸਾਡੇ ਕੋਲ ਗ੍ਰੀਨਿਸ਼ ਕਲਰ ਦਾ ਹੈ। ਇਸ ਨੂੰ ਅਸੀਂ ਚੱਕ ਕੇ ਟੈਸਟ ਟਿਊਬ ਦੇ ਵਿੱਚ ਪਾ ਲਿਆ ਬੱਚਿਓ। ਧਿਆਨ ਦੇ ਨਾਲ ਗਲਵਜ਼ ਵਗੈਰਾ ਪ੍ਰੋਪਰ ਪ੍ਰੀਕਾਸ਼ਨ ਲੈ ਕੇ ਰਿਐਕਸ਼ਨ ਜਿਹੜੀ ਹੈ ਇਹ ਲੈਬ ਦੇ ਵਿੱਚ ਅਸੀਂ ਇਹ ਟੈਸਟ ਨੂੰ ਪਰਫਾਰਮ ਕਰਦੇ ਹਾਂ। ਹੌਲੀ ਹੌਲੀ ਅਸੀਂ ਦੇਖਾਂਗੇ ਕਿ ਇਹਦਾ ਜਿਹੜਾ ਗ੍ਰੀਨ ਰੰਗ ਆ ਬੱਚਿਓ ਉੱਡ ਚੁੱਕਾ ਆ, ਉੱਡ ਕੇ ਵਾਈਟਿਸ਼ ਕਲਰ ਦੇ ਵਿੱਚ ਹੋ ਚੁੱਕਾ। ਵਾਈਟਿਸ਼ ਕਲਰ ਕਿਉਂ? ਕਿਉਂਕਿ ਉਹ FeSO4 ਬਣ ਚੁੱਕਾ, ਹੁਣ ਐਨਹਾਈਡਰਸ ਹੋ ਗਿਆ। ਉਹਦੇ ਵਿੱਚੋਂ ਪਾਣੀ ਦੀ ਜਿਹੜੀ ਮਾਤਰਾ ਸੀਗੀ 7H2O ਦੀ, ਜਿਹੜੇ ਵਾਟਰ ਮੋਲੀਕੂਲ ਸੀ, ਵਾਟਰ ਆਫ ਕ੍ਰਿਸਟਲਾਈਜੇਸ਼ਨ ਸੀ, ਉਹ ਉੱਡ ਚੁੱਕੇ ਆ, ਹੁਣ ਕਲਰਲੈਸ ਹੋ ਗਏ ਜਾਂ FeSO4 ਦੇ ਜਿਹੜੇ ਰੰਗ ਆ ਉਹ ਵਾਈਟ ਹੋ ਚੁੱਕਾ। ਫਰਦਰ ਜਦੋਂ ਇਸ ਨੂੰ ਅਸੀਂ ਇੱਥੇ ਤੁਸੀਂ ਦੇਖ ਸਕਦੇ ਆਹ ਜਿਹੜੇ ਵਾਟਰ ਵੇਪਰ ਜਿਹੜੇ ਆ ਉਹ ਟੈਸਟ ਟਿਊਬ ਦੇ ਨਾਲ ਲੱਗੇ ਹੋਏ ਆ, ਮਤਲਬ ਪਾਣੀ ਜਿਹੜਾ ਉੱਡ ਚੁੱਕਾ। ਜੇ ਦੁਬਾਰਾ ਤੋਂ ਪਾਣੀ ਪਾ ਦੇਵਾਂਗੇ ਇਹਦਾ ਰੰਗ ਫਿਰ ਦੁਬਾਰਾ ਤੋਂ ਹਰਾ ਹੋ ਜਾਵੇਗਾ। ਫਰਦਰ ਜੇਕਰ ਅਸੀਂ FeSO4 ਨੂੰ ਇੱਦਾਂ ਹੀਟ ਕਰਦੇ ਰਵਾਂਗੇ ਤਾਂ ਇਹਦੇ ਵਿੱਚੋਂ ਗੈਸਿਸ ਨਿਕਲਣਗੀਆਂ SO2 ਤੇ SO3। ਇਸ ਨੂੰ ਇੱਦਾਂ ਅਗਰ ਤੁਸੀਂ ਸਮੈਲ ਲੈਣੀ ਤਾਂ ਦੂਰੋਂ ਲੈਣੀ ਹੈ ਬੱਚਿਓ। ਇਹ ਬਰਨਿੰਗ ਸਲਫਰ ਦੀ ਸਮੈਲ ਹੋਏਗੀ, ਜ਼ਿਆਦਾ ਦੇਰ ਤੱਕ ਇਹ ਸਮੈਲ ਸਾਡੇ ਲਈ ਹਾਨੀਕਾਰਕ ਹੋ ਸਕਦੀ ਹੈ। ਤੇ ਇਸ ਕਰਕੇ ਇਹ ਜਿਹੜਾ ਐਕਸਪੈਰੀਮੈਂਟ ਹੁੰਦਾ ਪਿਆ ਇਹਨੂੰ ਖੁੱਲ੍ਹੇ ਵਿੱਚ ਕਰਨਾ ਤਾਂ ਕਿ ਉਹ ਜਿਹੜੀ ਗੈਸ ਆ ਉਹ ਉੱਡ ਵੀ ਜਾਵੇ। ਤੇ ਲਾਸਟ ਵਿੱਚ ਜਿਹੜਾ ਸਾਡੇ ਕੋਲ ਪ੍ਰੋਡਕਟ ਬਣੇਗਾ ਉਹ Fe2O3 ਤੁਸੀਂ ਇੱਥੇ ਦੇਖ ਸਕਦੇ ਹੋ, ਫੈਰਿਕ ਆਕਸਾਈਡ ਕਿਹੋ ਜਿਹਾ ਰੈਡਿਸ਼ ਬਰਾਊਨ ਰੰਗ ਦਾ ਉਹ ਬਣ ਗਿਆ ਪਦਾਰਥ। ਤਾਂ FeSO4 ਇੱਕ ਹੀ ਰਿਐਕਟੈਂਟ ਇੱਕ ਆ, ਲੇਕਿਨ ਪ੍ਰੋਡਕਟ ਦੇਖੋ ਕਿੰਨੇ ਜ਼ਿਆਦਾ ਬਣਦੇ ਪਏ ਆ। ਤਾਂ ਅਜਿਹੀ ਰਿਐਕਸ਼ਨ ਜਿਹੜੀ ਆ ਉਹ ਡੀਕੰਪੋਜੀਸ਼ਨ ਰਿਐਕਸ਼ਨ, ਕਿਉਂਕਿ ਇਸ ਨੂੰ ਅਸੀਂ ਤੋੜਿਆ ਹੀਟ ਦੀ ਮਦਦ ਦੇ ਨਾਲ, ਤਾਂ ਇਹ ਰਿਐਕਸ਼ਨ ਜਿਹੜੀ ਆ ਥਰਮਲ ਡੀਕੰਪੋਜੀਸ਼ਨ ਰਿਐਕਸ਼ਨ ਅਸੀਂ ਕਵਾਂਗੇ। ਥਰਮਲ ਡੀਕੰਪੋਜੀਸ਼ਨ ਨਾਲ ਇਹ ਐਂਡੋਥਰਮਿਕ ਰਿਐਕਸ਼ਨ ਵੀ ਹੈ, ਕਿਉਂਕਿ ਇੱਕ ਤਾਪ ਜਿਹੜਾ ਵਾ FeSO4 ਸੋਖਦਾ ਪਿਆ ਆ, ਐਬਜ਼ੌਰਬ ਕਰਦਾ ਪਿਆ, ਤਾਂ ਇੱਕ ਤਾਪ ਸੋਖੀ ਕਿਰਿਆ ਐਂਡੋਥਰਮਿਕ ਰਿਐਕਸ਼ਨ ਵੀ ਇਹ ਕਹਾਂਗੇ ਇਸ ਨੂੰ। ਨੈਕਸਟ ਬੱਚਿਓ ਫੋਟੋ ਡੀਕੰਪੋਜੀਸ਼ਨ ਰਿਐਕਸ਼ਨ ਨੂੰ ਵੀ ਫੋਟੋਲਾਈਸਿਸ ਬੋਲਦੇ ਆ। ਫੋਟੋ ਮਤਲਬ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਕਿਸੇ ਸਬਸਟੈਂਸ ਦਾ ਬ੍ਰੇਕਡਾਊਨ ਹੋਣਾ, ਇਸ ਨੂੰ ਅਸੀਂ ਪ੍ਰਕਾਸ਼ੀ ਅਪਘਟਨ ਕਿਰਿਆ ਵੀ ਬੋਲਦੇ ਆ। ਜਿਵੇਂ ਕਿ ਸਿਲਵਰ ਕਲੋਰਾਈਡ AgCl ਨੂੰ ਆਪਾਂ ਸਨਲਾਈਟ ਦੇ ਵਿੱਚ ਰੱਖਾਂਗੇ ਤਾਂ Ag+Cl2 ਸਿਲਵਰ ਜੋ ਕਿ ਗ੍ਰੇ ਕਲਰ ਦਾ ਹੋ ਜਾਏਗਾ ਤੇ ਕਲੋਰੀਨ ਗੈਸ ਜਿਹੜੀ ਆ ਉਹ ਉੱਡ ਜਾਵੇਗੀ। ਇੰਜ ਹੀ AgBr ਉਸ ਨੂੰ ਅਗਰ ਸਨਲਾਈਟ ਦੇ ਵਿੱਚ ਰੱਖਾਂਗੇ ਤਾਂ Ag ਅਲੱਗ ਹੋ ਜਾਏਗਾ, Br2 ਅਲੱਗ ਹੋ ਗਿਆ। ਇਹਦੇ ਵਿੱਚ ਰਿਐਕਟੈਂਟ ਦੇਖੋ ਦੋਨੋਂ ਪਾਸੇ ਰਿਐਕਟੈਂਟ ਇੱਕ ਆ, ਲੇਕਿਨ ਪ੍ਰੋਡਕਟ ਦੋ ਬਣਦੇ ਪਏ ਆ। ਤਾਂ ਇਹ ਵੀ ਜਿਹੜੀ ਰਿਐਕਸ਼ਨ ਆ ਉਹ ਡੀਕੰਪੋਜੀਸ਼ਨ ਰਿਐਕਸ਼ਨ ਆ, ਪਰ ਕਿਉਂਕਿ ਇਹ ਇਸ ਦੇ ਵਿੱਚ ਜਿਹੜੀ ਅਸੀਂ ਊਰਜਾ ਦਿੱਤੀ ਆ ਉਹ ਫੋਟੋ ਮਤਲਬ ਲਾਈਟ ਦੀ ਪ੍ਰੈਜ਼ੈਂਸ 'ਚ ਦਿੱਤੀ ਹੋਈ ਹੈ, ਤਾਂ ਇਸ ਨੂੰ ਅਸੀਂ ਫੋਟੋ ਡੀਕੰਪੋਜੀਸ਼ਨ ਰਿਐਕਸ਼ਨ ਬੋਲਾਂਗੇ। ਅਜਿਹੀਆਂ ਰਿਐਕਸ਼ਨ ਬੱਚਿਓ ਅਸੀਂ ਬਲੈਕ ਐਂਡ ਵਾਈਟ ਫੋਟੋਗ੍ਰਾਫੀਜ਼ ਦੇ ਵਿੱਚ ਯੂਜ਼ ਕਰਦੇ ਹੁੰਦੇ ਸੀਗੇ। ਇੱਥੇ ਤੁਸੀਂ ਦੇਖ ਸਕਦੇ ਹੋ ਡੀਕੰਪੋਜੀਸ਼ਨ ਰਿਐਕਸ਼ਨ ਜਿਸ ਨੂੰ ਅਸੀਂ ਫੋਟੋਲਾਈਸਿਸ ਬੋਲਦੇ ਹਾਂ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਸਿਲਵਰ ਕਲੋਰਾਈਡ ਨੂੰ ਜਦੋਂ ਅਸੀਂ ਧੁੱਪੇ ਰੱਖ ਦਿੰਦੇ ਆ, AgCl ਨੂੰ ਜੇਕਰ ਆਪਾਂ ਚਾਈਨਾ ਡਿਸ਼ ਦੇ ਵਿੱਚ ਪਾ ਕੇ ਧੁੱਪੇ ਰੱਖਦੇ ਆ ਤਾਂ ਜਦੋਂ ਉਸ ਦੇ ਉੱਤੇ ਧੁੱਪ ਪਏਗੀ AgCl ਦਾ ਰੰਗ ਵਾਈਟ ਹੁੰਦਾ ਬੱਚਿਓ, ਲੇਕਿਨ ਹੌਲੀ ਹੌਲੀ ਇਹਦਾ ਜਿਹੜਾ ਰੰਗ ਆ ਤੁਸੀਂ ਦੇਖੋਗੇ ਉਹ ਗ੍ਰੇ ਕਲਰ ਦਾ ਹੋ ਚੁੱਕਾ ਆ, ਥੋੜਾ ਜਿਹਾ ਬਲੈਕਿਸ਼ ਰੰਗ ਇਹਦਾ ਜਿਹੜਾ ਆ ਉਹ ਆ ਚੁੱਕਾ ਆ। ਇਹ ਕਿਉਂ ਆਇਆ? ਕਿਉਂਕਿ AgCl ਜੋ ਕਿ ਸੋਲਿਡ ਸੀਗਾ ਸੂਰਜ ਦੀ ਰੋਸ਼ਨੀ ਦੇ ਵਿੱਚ ਉਹ ਟੁੱਟ ਗਿਆ ਬੱਚਿਓ, ਡੀਕੰਪੋਜ਼ ਹੋ ਗਿਆ।
Ag ਤੇ Cl2 ਦੇ ਵਿੱਚ। ਇੰਜ ਹੀ AgBr ਵੀ ਜਿਹੜਾ ਆ ਉਹ ਟੁੱਟ ਕੇ Ag ਤੇ Br2 ਦੇ ਵਿੱਚ ਕਨਵਰਟ ਹੋ ਗਿਆ। ਤਾਂ ਅਜਿਹੀ ਰਿਐਕਸ਼ਨ ਨੂੰ ਬੱਚਿਓ ਅਸੀਂ ਫੋਟੋ ਡੀਕੰਪੋਜੀਸ਼ਨ ਰਿਐਕਸ਼ਨ ਬੋਲਦੇ, ਫੋਟੋਲਾਈਸਿਸ ਜਾਂ ਪ੍ਰਕਾਸ਼ੀ ਅਪਘਟਨ ਕਿਰਿਆ। ਇਸ ਦਾ ਉਪਯੋਗ ਅਸੀਂ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦੇ ਵਿੱਚ ਕਰਦੇ ਹੈਗੇ ਹਾਂ। ਨੈਕਸਟ ਬੱਚਿਓ ਇਲੈਕਟ੍ਰੀਕਲ ਡੀਕੰਪੋਜੀਸ਼ਨ ਰਿਐਕਸ਼ਨ, ਬਿਜਲਈ ਅਪਘਟਨ ਕਿਰਿਆ। ਇਸ ਦੇ ਵਿੱਚ ਬੱਚਿਓ ਆਪਾਂ ਪਾਣੀ ਦਾ ਬਿਜਲਈ ਅਪਘਟਨ ਕਰਕੇ ਹਾਈਡਰੋਜਨ ਗੈਸ ਤੇ ਆਕਸੀਜਨ ਗੈਸ ਬਣਾਵਾਂਗੇ। ਹਾਈਡਰੋਜਨ ਕੈਥੋਡ ਤੇ ਬਣੇਗੀ, ਆਕਸੀਜਨ ਜਿਹੜੀ ਆ ਉਹ ਐਨੋਡ ਤੇ ਬਣੇਗੀ। ਇਸ ਨੂੰ ਯਾਦ ਕਰਨ ਦਾ ਬੱਚਿਓ ਇੱਕ ਤਰੀਕਾ ਆ, ਐੜੇ ਤੋਂ ਆਕਸੀਜਨ, ਐੜੇ ਤੋਂ ਐਨੋਡ, ਐੜੇ ਤੋਂ ਅੱਧੀ, ਕਿਉਂਕਿ ਇਹ ਅੱਧੀ ਮਾਤਰਾ ਦੇ ਵਿੱਚ ਬਣੇਗੀ। ਹਾਈਡਰੋਜਨ ਗੈਸ ਆਕਸੀਜਨ ਗੈਸ ਤੋਂ ਦੁੱਗਣੀ ਮਾਤਰਾ ਵਿੱਚ ਉਤਪੰਨ ਹੁੰਦੀ ਹੈ, ਭਾਵ 2:1, ਮਤਲਬ ਹਾਈਡਰੋਜਨ ਦੁੱਗਣੀ ਤੇ ਆਕਸੀਜਨ ਅੱਧੀ। ਤੁਸੀਂ ਜਦੋਂ ਰਿਐਕਸ਼ਨ ਨੂੰ ਬੈਲੈਂਸ ਵੀ ਕਰੋਗੇ ਤਾਂ H2 ਦੇ ਮੂਹਰੇ 2 ਲੱਗਾ ਹੋਇਆ, ਮਤਲਬ ਹਾਈਡਰੋਜਨ ਦੁੱਗਣੀ ਮਾਤਰਾ 'ਚ ਬਣਦੀ ਪਈ, ਲੇਕਿਨ ਆਕਸੀਜਨ ਜਿਹੜੀ ਆ ਉਹ ਸਿੰਗਲ ਅਮਾਊਂਟ 'ਚ ਹੀ ਬਣਦੀ ਪਈ। ਇੱਥੇ ਤੁਸੀਂ ਰਿਐਕਸ਼ਨ ਵੀ ਦੇਖ ਸਕਦੇ ਹੋ, ਇਲੈਕਟ੍ਰੋਲਾਈਸਿਸ ਆਫ ਵਾਟਰ, ਪਾਣੀ ਨੂੰ ਅਸੀਂ ਬਿਜਲੀ ਦੀ ਮਦਦ ਨਾਲ ਤੋੜਦੇ ਪਏ ਆ। ਤਾਂ ਇਸ ਦੇ ਵਿੱਚ ਸੈਟਅਪ ਕੁਝ ਅਸੀਂ ਇਸ ਤਰੀਕੇ ਨਾਲ ਕੀਤਾ ਹੋਇਆ ਕਿ ਇਲੈਕਟ੍ਰੋਡਸ ਲਗਾਈਆਂ ਹੋਈਆਂ ਬੈਟਰੀ ਦਾ ਪੋਜ਼ਿਟਿਵ ਟਰਮੀਨਲ ਤੇ ਨੈਗੇਟਿਵ ਟਰਮੀਨਲ ਦੇ ਨਾਲ। ਜਿਹੜਾ ਤਾਂ ਪੋਜ਼ਿਟਿਵ ਟਰਮੀਨਲ ਆ ਉਸ ਰੋਡ ਨੂੰ ਆਪਾਂ ਬੋਲਾਂਗੇ ਐਨੋਡ, ਜਿਹੜਾ ਨੈਗੇਟਿਵ ਟਰਮੀਨਲ ਆ ਉਸ ਨੂੰ ਅਸੀਂ ਬੋਲਾਂਗੇ ਕੈਥੋਡ। ਤਾਂ ਐਨੋਡ ਵਾਲੀ ਸਾਈਡ ਤੋਂ ਆਕਸੀਜਨ ਗੈਸ ਬਣੇਗੀ ਤੇ ਕੈਥੋਡ ਵਾਲੀ ਸਾਈਡ ਹਾਈਡਰੋਜਨ ਗੈਸ ਬਣੇਗੀ। ਅਸੀਂ ਪਾਣੀ ਦੇ ਨਾਲ ਨਾਲ ਥੋੜਾ ਜਿਹਾ ਐਸਿਡ ਇਹਦੇ ਵਿੱਚ ਪਾ ਦੇਣਾ ਹੈਗਾ, ਤਾਂ ਕਿ ਕਿਉਂਕਿ ਪਾਣੀ ਜਿਹੜਾ ਬੱਚਿਓ ਉਹ ਇੱਕ ਬੈਡ ਕੰਡਕਟਰ ਆਫ ਇਲੈਕਟ੍ਰੀਸਿਟੀ ਹੁੰਦਾ ਹੈ, ਤਾਂ ਉਸਨੂੰ ਇੱਕ ਚੰਗਾ ਕੰਡਕਟਰ ਬਣਾਉਣ ਦੇ ਲਈ, ਚਾਲਕ ਵਧੀਆ ਬਣਾਉਣ ਦੇ ਲਈ ਉਸਦੇ ਵਿੱਚ ਥੋੜਾ ਜਿਹਾ ਐਸਿਡ ਜ਼ਰੂਰ ਪਾ ਦੇਣਾ ਹੈਗਾ। ਫਿਰ ਅਸੀਂ ਟੈਸਟ ਟਿਊਬ ਪੂਰੀ ਭਰ ਕੇ ਉਸਨੂੰ ਇਨਵਰਟ ਕਰਕੇ, ਤਾਂ ਕਿ ਉਹਦੇ ਵਿੱਚ ਕੋਈ 에ਅਰ ਬਬਲ ਨਾ ਆਵੇ, ਆਪਣੀ ਇਲੈਕਟ੍ਰੋਡਸ ਦੇ ਉੱਪਰ ਟਿਕਾ ਲੈਣੀਆਂ ਹੈਗੀਆਂ। ਹੌਲੀ ਹੌਲੀ ਜਦੋਂ ਅਸੀਂ ਰਿਐਕਸ਼ਨ ਨੂੰ ਹੋਣ ਦੇਵਾਂਗੇ ਤਾਂ ਗੈਸਿਸ ਬਣਨੀਆਂ ਸ਼ੁਰੂ ਹੋ ਜਾਣੀਆਂ। ਗੈਸਿਸ ਜਿਹਦੇ ਵਿੱਚ ਦੁੱਗਣੀ ਮਾਤਰਾ ਵਿੱਚ ਖਾਲੀ ਜਗ੍ਹਾ ਹੋ ਗਈ, ਉਸਨੂੰ ਅਸੀਂ ਬੋਲਾਂਗੇ ਕਿ ਉੱਥੇ ਹਾਈਡਰੋਜਨ ਆ, ਮਤਲਬ ਕੈਥੋਡ ਵਾਲੀ ਸਾਈਡ ਹਾਈਡਰੋਜਨ ਹੋਏਗੀ। ਹਾਈਡਰੋਜਨ ਤੇ ਦੂਸਰੇ ਵਾਲੇ ਪਾਸੇ ਜਿੱਧਰ ਅਮਾਊਂਟ ਘੱਟ ਆ, ਤੁਸੀਂ ਦੇਖੋ ਇੱਧਰਲੇ ਪਾਸੇ ਖਾਲੀ ਜਗ੍ਹਾ, ਜਿੱਧਰ ਜ਼ਿਆਦਾ ਹੈ ਉਧਰ ਹਾਈਡਰੋਜਨ ਹੈ, ਜਿੱਧਰ ਅੱਧੀ ਆ ਅਮਾਊਂਟ ਉਧਰ ਐੜੇ ਤੋਂ ਅੱਧੀ, ਐੜੇ ਤੋਂ ਅਨੋਡ, ਐੜੇ ਤੋਂ ਆਕਸੀਜਨ ਗੈਸ ਆ। ਅਨੋਡ ਪੋਜ਼ਿਟਿਵ ਚਾਰਜ ਹੁੰਦੀ ਹੈ ਤੇ ਐੜੇ ਤੋਂ ਆਕਸੀਜਨ। ਹੁਣ ਜਿਹੜੀ ਆਕਸੀਜਨ ਗੈਸ ਦੀ ਜੇਕਰ ਅਸੀਂ ਟੈਸਟ ਕਰਨਾ ਤਾਂ ਉਹਦੇ ਮੂਹਰੇ ਅਗਰ ਅਸੀਂ ਉਹੀ ਜੇ ਅਗਰਬੱਤੀ ਲੈ ਜਾਈਏ ਤਾਂ ਅਗਰਬੱਤੀ ਜਿਹੜੀ ਆ ਸਾਡੀ ਉਹ ਬ੍ਰਾਈਟ ਫਲੇਮ ਹੋ ਜਾਂਦੀ ਆ, ਤਾਂ ਸਾਨੂੰ ਪਤਾ ਚੱਲ ਜਾਏਗਾ ਕਿ ਉਹ ਆਕਸੀਜਨ ਗੈਸ ਆ। ਤੇ ਹਾਈਡਰੋਜਨ ਗੈਸ ਦੀ ਅਗਰ ਪ੍ਰੈਜ਼ੈਂਸ ਅਸੀਂ ਦੇਖਣੀ ਆ ਤਾਂ ਉਸਦੇ ਮੂਹਰੇ ਜੇਕਰ ਅਸੀਂ ਮੈਚ ਸਟਿਕ ਲੈ ਕੇ ਜਾਵਾਂਗੇ ਤਾਂ ਉਹ ਇੱਕ ਪੌਪ ਸਾਊਂਡ ਦੇ ਨਾਲ ਜਿਹੜੀ ਆ ਉਹ ਬਰਨ ਕਰੇਗੀ, ਆਵਾਜ਼ ਆਏਗੀ ਪੌਪ ਸਾਊਂਡ ਦੀ। ਹੋ ਸਕਦਾ ਤੁਹਾਨੂੰ ਬਲੂ ਫਲੇਮ ਵੀ ਨਜ਼ਰ ਆ ਜਾਵੇ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਇਲੈਕਟ੍ਰੀਕਲ ਡੀਕੰਪੋਜੀਸ਼ਨ ਰਿਐਕਸ਼ਨ ਵੀ ਸਮਝ ਲੱਗ ਗਈ ਹੋਵੇਗੀ। ਨੈਕਸਟ ਹੈਗੀ ਬੱਚਿਓ ਸਾਡੇ ਕੋਲ ਡਿਸਪਲੇਸਮੈਂਟ ਰਿਐਕਸ਼ਨ, ਜਿਹਦੇ ਵਿੱਚ Fe plus CuSO4 give you FeSO4 plus Cu। ਲੋਹਾ ਜਿਹੜਾ ਆ ਕਾਪਰ ਸਲਫੇਟ ਦੇ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰਕੇ ਆਪ ਕਾਪਰ ਦੀ ਜਗ੍ਹਾ ਤੇ ਆ ਚੁੱਕਾ FeSO4 plus Cu। ਕਾਪਰ ਸਲਫੇਟ ਜਿਹੜਾ ਹੁੰਦਾ ਬਲੂ ਕਲਰ ਦਾ, FeSO4 ਜਿਹੜਾ ਹੁੰਦਾ ਬੱਚਿਓ ਗ੍ਰੀਨ ਕਲਰ ਦਾ ਹੁੰਦਾ। ਆਇਰਨ ਨੇ ਕਾਪਰ ਨੂੰ ਕੀ ਕੀਤਾ ਬੱਚਿਓ, ਵਿਸਥਾਪਿਤ ਕਰ ਦਿੱਤਾ। ਕਿਉਂ? ਕਿਉਂਕਿ ਜਿਹੜਾ ਲੋਹਾ ਆ ਉਹ ਤਾਂਬੇ ਨਾਲੋਂ ਜ਼ਿਆਦਾ ਕਿਰਿਆਸ਼ੀਲ ਆ। ਜ਼ਿਆਦਾ ਕਿਰਿਆਸ਼ੀਲ ਹੋਣ ਕਾਰਨ ਤਾਂਬੇ ਨੂੰ ਉਸਦੇ ਘੋਲ ਦੇ ਵਿੱਚੋਂ, ਮਤਲਬ ਕਾਪਰ ਸਲਫੇਟ ਦੇ ਵਿੱਚੋਂ ਲੋਹੇ ਨੇ ਵਿਸਥਾਪਿਤ ਕਰ ਦਿੱਤਾ। ਇੱਥੇ ਤੁਸੀਂ ਰਿਐਕਸ਼ਨ ਵੀ ਦੇਖ ਸਕਦੇ ਹੋ। ਆਪਾਂ ਕਾਪਰ ਸਲਫੇਟ ਦਾ ਸੋਲਿਊਸ਼ਨ ਆਪਣੇ ਕੋਨਿਕਲ ਫਲਾਸਕ ਦੇ ਵਿੱਚ ਪਾ ਲਿਆ। ਕੋਨਿਕਲ ਫਲਾਸਕ 'ਚ ਪਾਉਣ ਤੋਂ ਬਾਅਦ ਬੱਚਿਓ ਅਸੀਂ ਉਸਦੇ ਵਿੱਚ ਇੱਦਾਂ ਆਇਰਨ ਨੇਲ ਜਿਹੜੀ ਸੀਗੀ ਸਾਡੇ ਕੋਲ, ਉਸਨੂੰ ਧਾਗੇ ਦੀ ਮਦਦ ਦੇ ਨਾਲ, ਆਇਰਨ ਮਤਲਬ ਇਹ ਲੋਹਾ ਹੋ ਗਿਆ, ਲੋਹੇ ਨੂੰ ਅਸੀਂ ਉਹਦੇ ਵਿੱਚ ਕਾਪਰ ਸਲਫੇਟ ਸੋਲਿਊਸ਼ਨ ਦੇ ਵਿੱਚ ਪਾ ਦਿੱਤਾ। ਫਿਰ ਕੁਝ ਥੋੜੀ ਟਾਈਮ ਬਾਅਦ ਉਹ ਰਿਐਕਸ਼ਨ ਹੋਣ ਦਿੱਤੀ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾ ਰੰਗ ਉਹਦਾ ਸੀਗਾ, ਪਹਿਲਾ ਰੰਗ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਦਾ ਸੀਗਾ ਕਾਪਰ ਸਲਫੇਟ ਦਾ। 24 ਘੰਟਿਆਂ ਬਾਅਦ ਜਿਹੜਾ ਉਹਦਾ ਰੰਗ ਸੀਗਾ ਉਹ ਗ੍ਰੀਨ ਕਲਰ ਦਾ ਹੋ ਚੁੱਕਾ, ਤੇ ਜਿਹੜੀ ਨੇਲ ਆ ਉਹਦੇ ਉੱਤੇ ਤਾਂਬਾ ਚਿਪਕ ਚੁੱਕਾ, ਤਾਂ ਹੀ ਨੇਲ ਦਾ ਰੰਗ ਜਿਹੜਾ ਆ ਉਹ ਬਰਾਊਨਿਸ਼ ਕਲਰ ਦਾ ਹੋ ਚੁੱਕਾ ਹੈ। ਤਾਂ ਇਹ ਬੱਚਿਓ ਤੁਸੀਂ ਪਹਿਲਾ ਫਰਕ ਦੇਖ ਸਕਦੇ ਹੋ, ਪਹਿਲਾ ਫਰਕ ਕੀ ਸੀਗਾ ਤੇ ਹੁਣ ਕੀ ਹੈ। ਫਿਰ ਜਦੋਂ ਅਸੀਂ ਬਾਹਰ ਕੱਢ ਲਵਾਂਗੇ ਤਾਂ ਸਾਨੂੰ ਇਦਾਂ ਨੇਲ ਦਾ ਤੁਸੀਂ ਰੰਗ ਵੀ ਦੇਖ ਸਕਦੇ ਹੋ ਕਿਉਂਕਿ ਉਹਦੇ ਉੱਤੇ ਜਿਹੜਾ ਕਾਪਰ ਆ ਉਹ ਚਿਪਕ ਚੁੱਕਾ ਹੈਗਾ। ਤਾਂ ਇਹਦੇ ਵਿੱਚ ਹੁੰਦਾ ਕੀ ਪਿਆ ਕਿ A plus BC, ਤਾਂ ਜੇਕਰ A ਜ਼ਿਆਦਾ ਰਿਐਕਟਿਵ ਆ B ਮੈਟਲ ਤੋਂ ਤਾਂ A ਨੇ B ਨੂੰ ਰਿਪਲੇਸ ਕਰਤਾ, B ਇਕੱਲਾ ਹੋ ਗਿਆ ਤੇ A ਜਿਹੜੀ ਆ ਉਹ C ਦੇ ਨਾਲ ਬੈਠ ਚੁੱਕੀ ਹੈ। ਇਹੀ ਰਿਐਕਸ਼ਨ ਇੱਥੇ ਤੁਹਾਨੂੰ ਸਮਝਾਈ ਗਈ ਹੈ। ਤਾਂ ਇਹ ਵਿਸਥਾਪਨ ਕਿਰਿਆ ਦੀ ਉਦਾਹਰਨ ਸੀ ਬੱਚਿਓ। ਹੋਰ ਇਹਦੀ ਵਿਸਥਾਪਨ ਕਿਰਿਆ ਦੀ ਉਦਾਹਰਨ ਤੁਸੀਂ ਆਪਣੀ ਬੁੱਕ 'ਚੋਂ ਦੇਖ ਸਕਦੇ ਹੋ। ਜ਼ਿੰਕ ਜਿਹੜਾ ਕਾਪਰ ਨਾਲੋਂ ਜ਼ਿਆਦਾ ਰਿਐਕਟਿਵ ਹੋਣ ਕਰਕੇ ਜ਼ਿੰਕ ਨੇ ਕਾਪਰ ਸਲਫੇਟ ਨੂੰ ਆਪਣੇ ਸੋਲਿਊਸ਼ਨ 'ਚੋਂ ਹਟਾ ਕੇ ZnSO4 plus Cu ਬਣ ਗਿਆ। ਜ਼ਿੰਕ ਸਲਫੇਟ ਜਿਹੜਾ ਹੁੰਦਾ ਸੋਲਿਊਸ਼ਨ ਉਹ ਕਲਰਲੈਸ ਹੁੰਦਾ, ਕਾਪਰ ਸਲਫੇਟ ਦਾ ਜਿਹੜਾ ਸੋਲਿਊਸ਼ਨ ਸੀਗਾ ਉਹ ਬਲੂ ਰੰਗ ਦਾ ਸੀਗਾ। ਇਹਦੀ Pb plus CuCl2। ਲੈਡ ਜਿਹੜਾ ਬੱਚਿਓ ਫਿਰ ਕਾਪਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੋਣ ਕਰਕੇ ਕਾਪਰ ਨੂੰ ਫਿਰ ਵਿਸਥਾਪਿਤ ਕਰਕੇ PbCl2
ਤੇ ਕਾਪਰ ਦੇ ਵਿੱਚ ਤਬਦੀਲ ਹੋ ਗਿਆ। ਨੈਕਸਟ ਸਾਡੇ ਕੋਲ ਹੈਗੀ ਬੱਚੋ ਡਬਲ ਡਿਸਪਲੇਸਮੈਂਟ ਰਿਐਕਸ਼ਨ, ਦੋਹਰਾ ਵਿਸਥਾਪਨ ਕਿਰਿਆ। ਇਹਦੇ ਵਿੱਚ AB + CD ਗਿਵਸ ਯੂ AD + CB। A ਜਿਹੜਾ ਸੀਗਾ ਬੱਚੋ ਇਹ 'ਚ ਆਇਨਸ ਬਣ ਜਾਂਦੇ, ਇਸ ਕਰਕੇ A C ਦੀ ਜਗ੍ਹਾ ਤੇ ਜਾਂ C B ਦੀ ਜਗ੍ਹਾ ਤੇ ਚਲਾ ਗਿਆ, ਜਿੱਦਾਂ ਕਿ ਸੋਡੀਅਮ ਸਲਫੇਟ + ਬੇਰੀਅਮ ਕਲੋਰਾਈਡ ਉਹ ਬਣ ਗਿਆ ਬੇਰੀਅਮ ਸਲਫੇਟ + 2NaCl। ਇਹਦੇ ਵਿੱਚ ਬੱਚਿਓ ਵਾਈਟ ਪ੍ਰੈਸੀਪੀਟੇਟ ਵੀ ਬਣਦੇ ਆ, ਅਵਖੇਪਨ ਕਿਰਿਆ ਹੁੰਦੀ ਆ ਜਿਹਦੇ ਵਿੱਚ ਬੇਰੀਅਮ ਸਲਫੇਟ ਦੇ ਚਿੱਟੇ ਰੰਗ ਦੇ ਪ੍ਰੈਸੀਪੀਟੇਟ ਜਿਹੜੇ ਆ ਉਹ ਬਣ ਜਾਂਦੇ ਆ ਸਾਡੇ ਕੋਲ ਬੱਚਿਓ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਚੈਪਟਰ ਇਹ ਰਿਐਕਸ਼ਨਸ ਸਮਝ ਲੱਗ ਗਈਆਂ ਹੋਣਗੀਆਂ। ਥੈਂਕ ਯੂ ਬੱਚਿਓ।